ਸਤਿ ਸ੍ਰੀ ਅਕਾਲ। ਤੁਸੀਂ ਲੋਕਰਾਣ ਚੈਨਲ ਪੰਜਾਬੀ ਦੇਖ ਰਹੇ ਹੋ। ਖਬਰਾਂ ਟੌਪ ਦੀਆਂ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਵੱਡੀ ਖਬਰ ਜਿਹੜੀ ਚਰਚਾ ਦੇ ਵਿੱਚ ਹੈ, ਕੋਟਕਪੂਰਾ ਗੋਲੀकांड ਦੇ ਮਸਲੇ ਦੇ ਵਿੱਚ ਇੱਕ ਬਾਈਬਲ ਕਲਾਂ ਦਾ ਮਸਲਾ ਵੀ ਹੈ। ਉਸ ਦੀ ਅੱਜ ਅਦਾਲਤ ਦੇ ਵਿੱਚ ਸੁਣਵਾਈ ਸੀ। ਸੁਣਵਾਈ ਦੇ ਦੌਰਾਨ ਕੀ ਕੁਝ ਹੋਇਆ, ਕਿਵੇਂ ਉਸ ਕੇਸ ਨੂੰ ਫਿਰ ਤੋਂ ਝਟਕਾ ਲੱਗਣ ਦੀ ਉਮੀਦ ਹੈ, ਕਿਉਂਕਿ ਬਾਈਬਲ ਕਲਾਂ ਗੋਲੀकांड ਦੀ ਇੱਕ ਵੱਡਾ ਕੇਸ ਸੀਗਾ ਜਿਹਦੇ ਵਿੱਚ ਗੋਲੀ ਚੱਲੀ ਤੇ ਬੇਅਦਬੀ ਵਾਲੇ ਮਸਲਿਆਂ ਦੇ ਵਿੱਚ ਉਸ ਦੀ ਸੁਣਵਾਈ ਅਦਾਲਤ ਦੇ ਵਿੱਚ ਚੱਲ ਰਹੀ ਸੀ, ਹਾਈ ਕੋਰਟ ਦੇ ਵਿੱਚ। ਕੀ ਪੱਖ ਰੱਖਿਆ ਗਿਆ ਵਕੀਲਾਂ ਦੇ ਵੱਲੋਂ, ਉਹਦੇ ਉੱਤੇ ਗੱਲਬਾਤ ਕਰਾਂਗੇ ਕਿ ਅੱਗੇ ਸੁਣਵਾਈ ਕਿਸ ਤਰ੍ਹਾਂ ਦੀ ਜਿਹੜੀ ਉਮੀਦ ਜਿਹੜੀ ਹੈ ਪਹਿਲਾਂ ਵੀ ਇਨਸਾਫ ਦੀ ਕੋਟਕਪੂਰਾ ਗੋਲੀकांड ਦੇ ਵਿੱਚ ਜਿਹੜੀ ਵੱਜੀ ਸੀ ਉਹ ਟੁੱਟ ਗਈ। ਸਿੱਖਾਂ ਦੀ ਆਸਥਾ ਨੂੰ ਜਾਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਇੱਕ ਵੱਡੀ ਠੇਸ ਵੱਜੀ। ਇਸ ਕੋਟਕਪੂਰਾ ਗੋਲੀकांड ਦੀ ਗੱਲ ਕਰੀਏ ਤਾਂ ਕੁੰਵਰ ਵਿਜੇ ਪ੍ਰਤਾਪ ਉਹਨਾਂ ਦੀ ਇੱਕ ਲੇਟੈਸਟ ਇੰਟਰਵਿਊ ਹੈ ਜਿਹਦੇ ਵਿੱਚ ਉਹ HS ਫੂਲਕਾ ਦੇ ਸਣੇ ਐਡਵੋਕੇਟ ਜਿਹੜੇ ਜਨਰਲ ਨੇ ਪੰਜਾਬ ਦੇ ਅਤੁਲ ਨੰਦਾ ਹੋਣੀ, ਉਹਨਾਂ ਦੇ ਬਾਰੇ ਜਾਂ ਹੋਰ ਵਕੀਲਾਂ ਦੇ ਬਾਰੇ ਵੱਡੇ ਖੁਲਾਸੇ ਕਰ ਰਹੇ ਨੇ। ਪੰਜਾਬ ਸਰਕਾਰ ਬਾਰੇ ਵੀ ਬਹੁਤ ਕੁਝ ਕਹਿ ਰਹੇ ਨੇ। ਉਹਦੇ ਉੱਤੇ ਵੀ ਅਸੀਂ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਸਵਾਲੀਆ ਚਿੰਨ੍ਹ ਖੜਾ ਹੁੰਦਾ ਹੈ ਇਨਸਾਫ ਦਿਵਾਉਣ ਵਾਲਿਆਂ ਦੇ ਉੱਤੇ ਵੀ, ਕਿ ਕਿਸ ਤਰ੍ਹਾਂ ਕੌਣ ਕਿਹਦੇ ਵੱਲ ਖੜਿਆ ਸੀ ਜਦੋਂ ਇਹਨਾਂ ਕੇਸਾਂ ਦੀ ਪੈਰਵਾਈ ਹੋ ਰਹੀ ਸੀ। ਇਹਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਹੋਣਾ ਨੇ ਐਲਾਨ ਵੀ ਕੀਤਾ ਕਿ ਉਹ ਭਵਿੱਖ ਦੇ ਵਿੱਚ ਹੁਣ IPS ਦੇ ਉਹਦੇ ਤੋਂ ਤਾਂ ਅਸਤੀਫਾ ਦੇ ਚੁੱਕੇ ਨੇ, ਦੇਰ ਸਵੇਰ ਜਿਹੜਾ ਮਨਜ਼ੂਰ ਹੋਣਾ ਤੇ ਪਰ ਉਹ ਅੱਗੇ ਕੀ ਕਰਨਗੇ, ਕਿਵੇਂ ਇਹਨਾਂ ਕੇਸਾਂ ਦੇ ਵਿੱਚ ਉਹਨਾਂ ਦੀ ਸ਼ਮੂਲੀਅਤ ਹੋਏਗੀ, ਉਸ ਉੱਤੇ ਵੀ ਅਸੀਂ ਗੱਲਬਾਤ ਕਰਾਂਗੇ। ਤੇ ਤੀਜੀ ਖਬਰ ਇਹ ਹੈ ਕਿ ਕਿਸਾਨਾਂ ਨੂੰ ਜਿਹੜਾ ਕਿਹਾ ਜਾ ਰਿਹਾ ਸੀ ਕਿ ਉੱਥੇ ਬਾਰਡਰਾਂ ਦੇ ਉੱਤੇ ਕਰੋਨਾ ਵਾਇਰਸ ਫੈਲਣ ਦਾ ਖਤਰਾ ਹੈ, ਤਾਂ ਕਿਸਾਨ ਕਹਿੰਦੇ ਕਿ ਸਰਕਾਰ ਕਰੋਨਾ ਦੇ ਬਹਾਨੇ ਸਾਡੇ ਉੱਤੇ ਕੋਈ ਵੀ ਇਹੋ ਜਿਹਾ ਐਕਸ਼ਨ ਨਾ ਕਰੇ ਜਿਵੇਂ ਪਹਿਲਾਂ ਚਰਚਾਵਾਂ ਰਹੀਆਂ ਕਿ ਆਪਰੇਸ਼ਨ ਕਲੀਨ ਕਰਨਾ, ਪਰ ਕਿਸਾਨ ਕਹਿੰਦੇ ਕਿ ਅਸੀਂ ਹੁਣ ਆਪਰੇਸ਼ਨ ਸ਼ਕਤੀ ਤੁਹਾਨੂੰ ਕਰਕੇ ਦਿਖਾਵਾਂਗੇ। ਇੱਕ ਸ਼ਕਤੀ ਪ੍ਰਦਰਸ਼ਨ ਅਗਲੇ ਦਿਨਾਂ ਦੇ ਵਿੱਚ ਦਿੱਲੀ ਚੱਲੋ ਦਾ ਜਿਹੜਾ ਨਾਅਰਾ ਦਿੱਤਾ ਗਿਆ, ਉੱਥੇ ਕਹਿੰਦੇ ਅਸੀਂ ਕੋਵਿਡ ਨਿਯਮਾਂ ਦੀ ਪਾਲਣਾ ਵੀ ਕਰਾਂਗੇ। ਇਸ ਸਭ ਦੇ ਉੱਤੇ ਵੀ ਅਸੀਂ ਗੱਲਬਾਤ ਕਰਾਂਗੇ। ਕਿਸਾਨਾਂ ਦੇ ਐਕਸ਼ਨ ਤੇ ਸਰਕਾਰ ਦੀ ਤਿਆਰੀ ਕਿਸ ਤਰ੍ਹਾਂ ਦੀ ਹੈ। ਸਭ ਖਬਰਾਂ ਦੇ ਉੱਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਸੀਨੀਅਰ ਪੱਤਰਕਾਰ ਪਰਵਿੰਦਰ ਸਿੰਘ ਰਾਏਪੁਰ ਮੌਜੂਦ ਨੇ। ਪਰਵਿੰਦਰ ਜੀ, ਤੁਹਾਡਾ ਸਵਾਗਤ ਹੈ ਲੋਕਰਾਣ ਚੈਨਲ ਪੰਜਾਬੀ। ਸਤਿ ਸ਼੍ਰੀ ਅਕਾਲ ਸੁਖਿੰਦਰ ਜੀ, ਸਾਰਿਆਂ ਨੂੰ ਧੰਨਵਾਦ ਹੈ ਤੁਹਾਡਾ ਵੀ। ਸਤਿ ਸ਼੍ਰੀ ਅਕਾਲ। ਪਰਵਿੰਦਰ ਜੀ, ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਹੁਣੇ ਫੈਸਲਾ ਬਾਈਬਲ ਕਲਾਂ ਗੋਲੀकांड ਨੂੰ ਲੈ ਕੇ ਜਿਹੜੀ ਚਰਚਾ ਮੀਡੀਆ ਦੇ ਵਿੱਚ ਵੀ ਹੋ ਰਹੀ ਹੈ, ਜਿਹੜਾ ਹਾਈ ਕੋਰਟ ਦੇ ਵਿੱਚ ਉਹਦੀ ਸੁਣਵਾਈ ਸੀ ਅੱਜ, ਤੇ ਉਹਦੇ ਉੱਤੇ ਹੁਣ ਕੀ ਕੁਝ ਨਵਾਂ ਜਿਹੜਾ ਨਿਕਲ ਕੇ ਸਾਹਮਣੇ ਆ ਰਿਹਾ? ਜਿਹੜੀ ਅੱਜ ਦੀ ਸੁਣਵਾਈ ਦੀ ਆਪਾਂ ਗੱਲ ਕਰਦੇ ਸੁਖਿੰਦਰ, ਤਾਂ ਉਹ ਤਾਂ ਤੁਸੀਂ ਦੱਸ ਦਿੰਦੇ ਸਾਰੇ ਦਰਸ਼ਕਾਂ ਨੂੰ, ਤੁਸੀਂ ਸੁਣਿਆ ਹੀ ਆ ਚੈਨਲ ਰਾਹੀਂ ਜਾਂ ਹੋਰ ਖਬਰਾਂ ਰਾਹੀਂ। ਉਹਦੇ ਵਿੱਚ ਸਰਕਾਰ ਨੇ ਆਪਣਾ ਜਿਹੜਾ ਅਪੀਲ ਕੀਤੀ ਹੈ ਕੋਰਟ ਨੂੰ ਕਿ ਜਿਹੜੀ ਸੁਣਵਾਈ ਆ ਉਹ ਮੁਲਤਵੀ ਕਰ ਦਿੱਤੀ ਜਾਵੇ ਅੱਜ ਦੀ ਜਿਹੜੀ ਕਾਰਵਾਈ ਹੈਗੀ ਹੈ, ਕਿਉਂਕਿ ਉਹਨਾਂ ਦਾ ਜਿਹੜਾ ਵਕੀਲ ਹੈਗਾ ਉਹ ਕਰੋਨਾ ਪੋਜ਼ਿਟਿਵ ਹੈ, ਕੋਵਿਡ ਹੋਇਆ ਕਹਿੰਦੇ। ਉਹਦਾ ਐਂ ਕਹਿ ਲਓ ਕਿ ਉਹਦਾ ਇੱਕ ਵੇਰਵਾ ਦੇ ਕੇ ਜਾਂ ਕੋਈ ਬਹਾਨਾ ਲਾ ਕੇ ਕਿਸੇ ਤਰ੍ਹਾਂ ਸੁਣਵਾਈ ਜਿਹੜੀ ਹੈਗੀ ਉਹ ਅੱਗੇ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਸੋ ਸਰਕਾਰ ਵੱਲੋਂ ਜਦੋਂ ਵਕੀਲ ਹੀ ਨਹੀਂ ਪੇਸ਼ ਹੋਣਾ ਤੇ ਕਾਰਵਾਈ ਉਹਦੇ ਤੇ ਕੀ ਹੋਣੀ ਹੈ, ਕਿੱਦਾਂ ਦੀ ਸੁਣਵਾਈ ਹੋਊਗੀ ਜਾਂ ਕੀ ਹੈ, ਤਾਂ ਕੋਰਟ ਦੇ ਕੋਲ ਤਾਂ ਇੱਕ ਅਪੀਲ ਚਲੀ ਜਾਂਦੀ ਹੈ, ਰਿਕੁਐਸਟ ਚਲੀ ਜਾਂਦੀ ਹੈ ਕਿ ਅੱਜ ਦੀ ਜਿਹੜੀ ਕਾਰਵਾਈ ਹੈ ਜਾਂ ਅੱਜ ਦੀ ਜੋ ਸੁਣਵਾਈ ਹੈ, ਜੋ ਵੀ ਅਦਾਲਤ ਨੇ ਅੱਜ ਕਰਨਾ ਸੀਗਾ ਜਾਂ ਫੈਸਲਾ ਸੁਣਾਉਣਾ ਜਾਂ ਅੱਗੇ ਕੋਈ ਤਰੀਕ ਦੇਣੀ ਸੀ, ਉਹ ਫਿਲਹਾਲ ਟਾਲ ਦੋ। ਕਹਿੰਦੇ ਵੀ ਸਾਡਾ ਵਕੀਲ ਜਿਹੜਾ ਕਰੋਨਾ ਪੋਜ਼ਿਟਿਵ ਹੋ ਗਿਆ। ਤੇ ਸਰਕਾਰ ਦੀ ਮਨਸ਼ਾ ਜਿਹੜੀ ਹੈਗੀ ਉਹ ਸਾਫ਼ ਨਜ਼ਰ ਆਉਂਦੀ ਹੈ ਨਾ, ਏਦਾਂ ਦੇ ਬਹਾਨੇ ਲਾ ਕੇ ਜਾਂ ਏਦਾਂ ਦੀਆਂ ਕਾਰਵਾਈਆਂ ਕਰਕੇ ਜਦੋਂ ਅਦਾਲਤ ਦੀ ਕਾਰਵਾਈ ਨੂੰ ਟਾਲਿਆ ਜਾਂਦਾ ਜਾਂ ਅਦਾਲਤ ਦੀ ਕਾਰਵਾਈ ਦੇ ਵਿੱਚ ਆਪਣੇ ਤੌਰ ਤੇ ਵਿਘਨ ਪਾਇਆ ਜਾਂਦਾ ਤੇ ਉਹਦੇ ਵਿੱਚ ਸਰਕਾਰ ਦੀ ਮਨਸ਼ਾ ਸਾਫ਼ ਜ਼ਾਹਰ ਹੁੰਦੀ ਹੈ। ਤੇ ਅੱਗੇ ਆਪਾਂ ਗੱਲਬਾਤ ਕਰਾਂਗੇ। ਫਿਲਹਾਲ ਅੱਜ ਦੀ ਸੁਣਵਾਈ ਦਾ ਇਹੀ ਹੈ ਕਿ ਮੁਲਤਵੀ ਕਰਨ ਦੇ ਲਈ ਅਪੀਲ ਚਲੀ ਗਈ ਆ ਤੇ ਕੋਰਟ ਦਾ ਜਿਹੜਾ ਹੁਣ ਰੁਖ ਹੋਏਗਾ ਕਿਸ ਤਰ੍ਹਾਂ ਦਾ ਹੋਊਗਾ, ਕਿੱਦਾਂ ਦੇ ਸਬੂਤ ਜਾਂ ਕਿੱਦਾਂ ਦੀਆਂ ਗਵਾਹਾਂ ਦੇ ਬਿਆਨ ਜਾਂ ਕਿੱਦਾਂ ਦੀ ਕਾਰਵਾਈ ਸਰਕਾਰ ਵੱਲੋਂ ਪੇਸ਼ ਕੀਤੀ ਜਾਣੀ ਆ, ਹੋ ਸਕਦਾ ਉਹਦੇ ਲਈ ਸਮਾਂ ਮੰਗਿਆ ਹੋਵੇ। ਹੋ ਸਕਦਾ ਜਿਹੜਾ ਤੁਸੀਂ ਦੇਖਿਆ ਹੀ ਹੈ ਜੋ ਵੀ ਚੱਲ ਰਿਹਾ ਪੰਜਾਬ ਦੇ ਵਿੱਚ, ਖਾਸ ਕਰ ਕੋਟਕਪੂਰਾ ਬਾਈਬਲ ਕਲਾਂ ਕਾਂਡ ਨੂੰ ਲੈ ਕੇ ਕੁੰਵਰ ਵਿਜੇ ਪ੍ਰਤਾਪ ਦਾ ਜਿਹੜਾ ਅਸਤੀਫਾ ਸੀ ਉਹਦੇ ਕਰਕੇ ਸਿਆਸਤ ਗਰਮਾਈ ਹੋਈ ਆ। ਕੀ ਤਾਂ ਕੋਈ ਢਿੱਲੀ ਕਾਰਗੁਜ਼ਾਰੀ ਰਹਿੰਦੀ ਹੋਈ ਹੋਵੇ, ਸਰਕਾਰ ਨੇ ਕਿਹਾ ਹੋਵੇ ਕਿ ਅਸੀਂ ਆਪਾਂ ਆਸ ਕਰ ਸਕਦੇ ਹਾਂ, ਇਹ ਆਪਣਾ ਸਿਰਫ ਅਸੀਂ ਇੱਕ ਬਤੌਰ ਕਹਿ ਲਓ ਕਿ ਗੁਰੂ ਗ੍ਰੰਥ ਸਾਹਿਬ ਨੂੰ ਪਿਆਰ ਕਰਨ ਵਾਲੇ ਇਹ ਸੋਚ ਸਕਦੇ ਹਾਂ ਕਿ ਸਰਕਾਰ ਨੇ ਕੀਤਾ ਇਹਦੇ ਤਹਿਤ ਹੀ ਕੋਈ ਫੈਸਲਾ ਲੈਣਾ ਹੋਵੇ ਕਿ ਹਾਂ ਵੱਡੀ ਕਾਰਵਾਈ ਕਰਾਂਗੇ, ਹੁਣ ਸਾਨੂੰ ਬਖਸ਼ਣਾ ਨਹੀਂ ਲੋਕਾਂ ਨੇ, ਜਾਂ ਇਹ ਕਹਿ ਲਓ ਕਿ ਦੋਸ਼ੀਆਂ ਨੂੰ ਬਚਾਉਣ ਲਈ ਸਿੱਧੀ ਤਰੀਕੇ ਨਾਲ ਕੋਈ ਏਦਾਂ ਦਾ ਏਜੰਡਾ, ਏਦਾਂ ਦੀ ਹੱਥਕੰਡਾ ਅਪਣਾਇਆ ਜਾ ਰਿਹਾ ਹੈ ਕਿ ਕਿਸੇ ਤਰੀਕੇ ਨਾਲ ਉਹਨਾਂ ਨੂੰ ਬਚਾ ਕੇ ਉਹਨਾਂ ਨਾਲ ਜਿਹੜੀ ਯਾਰੀ ਦੋਸਤੀ ਦਾ ਹੱਥ ਮਿਲਾਇਆ ਗਿਆ ਉਹਨੂੰ ਪੂਰਿਆ ਜਾਵੇ। ਤੋ ਮੇਰੇ ਖਿਆਲ ਨਾਲ ਤਾਂ ਇੱਕ ਅੱਜ ਦੀ ਡੇਟ 'ਚ ਤਾਂ ਸਿਰਫ ਇਹੀ ਲੱਗਦਾ ਕਿ
ਕਿਸੇ ਨਾ ਕਿਸੇ ਤਰੀਕੇ ਕਾਰਵਾਈ ਦੇ ਵਿੱਚ ਵਿਘਨ ਪਾ ਕੇ ਉਹਨੂੰ ਟਾਲਿਆ ਜਾਵੇ। ਲੋਕਾਂ ਨੂੰ ਸਮਾਂ ਮਿਲ ਜਾਣਾ, ਲੋਕ ਸ਼ਾਂਤ ਹੋ ਜਾਣਗੇ, ਰੌਲਾ ਪਾਉਂਦੇ ਆ ਥੋੜੇ ਦਿਨ ਪੈਂਦਾ ਹੈ ਤੇ ਲੋਕ ਵੀ ਭੁੱਲ ਜਾਂਦੇ ਆ। ਸੋ ਉਹ ਗੱਲ ਨੂੰ ਲੈ ਕੇ ਹੀ ਸਰਕਾਰ ਜਿਹੜੀ ਸੁਣਵਾਈ ਟਾਲਣ ਦੀ ਕੋਸ਼ਿਸ਼ ਕਰ ਰਹੀ ਹੈ। ਜੀ ਜੀ ਬਿਲਕੁਲ। ਪਰਵਿੰਦਰ, ਜਿਹੜਾ ਅੱਗੇ ਮੈਂ ਕੋਟਕਪੂਰਾ ਗੋਲੀकांड ਦੀ ਗੱਲ ਕਰ ਰਿਹਾ ਸੀਗਾ, ਉਹਦੇ ਵਿੱਚ ਆਈਜੀ ਕੁੰਵਰ ਵਿਜੇ ਪ੍ਰਤਾਪ ਹੋਣਾ ਦੀ ਹੁਣੇ ਕੁਝ ਸਮਾਂ ਪਹਿਲਾਂ ਜਿਹੜੀ ਇੱਕ ਇੰਟਰਵਿਊ ਵਾਇਰਲ ਹੋ ਰਹੀ ਹੈ, ਉਹਦੇ ਬਾਰੇ ਤੁਹਾਡਾ ਕੀ ਕਹਿਣਾ? ਉਹਦੇ ਵਿੱਚ ਵੱਡੇ ਖੁਲਾਸੇ, ਜਿਵੇਂ ਫੂਲਕਾ ਸਾਹਿਬ ਨੂੰ ਲੈ ਕੇ, ਅਤੁਲ ਨੰਦਾ ਨੂੰ ਲੈ ਕੇ, ਉਹ ਕੀ ਕੁਝ ਕਹਿ ਰਹੇ ਨੇ ਤੇ ਉਹਦੇ ਮਾਇਨੇ ਕੀ ਨੇ? ਸੁਖਵਿੰਦਰ ਜੀ, ਸਾਫ਼ ਸ਼ਬਦਾਂ ਦੇ ਵਿੱਚ ਜਿਹੜਾ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਹਿ ਲਓ ਕਿ ਮੈਂ ਇਸ ਇੰਟਰਵਿਊ ਦੇ ਆਧਾਰ ਤੇ ਕਹਿ ਸਕਦਾ ਕਿ ਕਿਤੇ ਨਾ ਕਿਤੇ ਸੱਚ ਬੋਲਣ ਵਾਲੇ ਵਿਅਕਤੀ ਦਾ ਜਿਹੜਾ ਅਕਸ ਜਿਹੜਾ ਹੈਗਾ ਉਹ ਸਾਹਮਣੇ ਆਇਆ ਕਿ ਬਤੌਰ ਪੁਲਿਸਮੈਨ ਹੋਣ ਦੇ ਨਾਤੇ, ਬਤੌਰ ਪੁਲਿਸ ਆਫੀਸਰ ਕਹਿ ਲਓ ਹੋਣ ਦੇ ਨਾਤੇ, ਨਿਧੜਕ ਜਾਂ ਨੀਡਰ ਹੋਣ ਦੇ ਨਾਲ ਵਿਵਾਕ ਬੋਲ ਬਾਣੀ ਜਿਹੜੀ ਹੈਗੀ, ਵਿਵਾਕ ਸੱਚ ਬੋਲਣ ਦੀ ਜਿਹੜੀ ਨੀਅਤ ਹੈ, ਜਿਹੜੀ ਮਨਸ਼ਾ ਹੈ, ਉਹ ਸਾਹਮਣੇ ਆਈ ਹੈ ਕੁੰਵਰ ਵਿਜੇ ਪ੍ਰਤਾਪ ਦੀ। ਇਸ ਇੰਟਰਵਿਊ ਦੇ ਆਧਾਰ ਤੇ ਮੈਂ ਸਿਰਫ ਗੱਲ ਕਰ ਰਿਹਾ। ਹੋਰ ਤੱਥਾਂ ਨੂੰ ਨਾਲ ਲੈ ਕੇ ਜਾਂ ਕੱਲ ਨੂੰ ਕੋਈ ਕਿੱਦਾਂ ਦੀ ਕੋਈ ਸੱਚਾਈ ਸਾਹਮਣੇ ਆਉਂਦੀ ਹੈ ਜਾਂ ਉਹਨਾਂ ਦੀ ਰਿਪੋਰਟ ਦੇ ਵਿੱਚ ਕੀ ਉਹਨਾਂ ਨੇ ਬਿਆਨ ਕੀਤਾ ਹੈ, ਕਿਹੜੇ ਬੰਦਿਆਂ ਦੇ ਏਡਿਆਂ ਦੇ ਨਾਂ ਲਿਖਤੇ ਜਿਨ੍ਹਾਂ ਕਰਕੇ ਆਪਾਂ ਉਹਨਾਂ ਨੂੰ ਇਮਾਨਦਾਰ ਜਾਂ ਕੋਈ ਕਹਿ ਲਓ ਕਿ ਕਮੀ ਪੇਸ਼ੀ ਰੱਖਣ ਵਾਲਾ ਵਿਅਕਤੀ, ਉਹ ਬਾਅਦ ਦੇ ਵਿੱਚ ਗੱਲ ਹੋ ਸਕਦੀ ਹੈ ਕਿੱਦਾਂ ਦਾ ਉਹਨਾਂ ਦਾ ਅਕਸ ਸਾਹਮਣੇ ਆਉਂਦਾ। ਫਿਲਹਾਲ ਜਿਹੜਾ ਇੰਟਰਵਿਊ ਦੇ ਵਿੱਚ ਉਹਨਾਂ ਨੇ ਬੋਲਿਆ, ਬੜੀ ਬੇਬਾਕੀ ਨਾਲ ਗੱਲ ਕੀਤੀ, ਜਿੰਨੀ ਵੀ ਕੀਤੀ ਆ, ਹਾਲਾਂਕਿ ਬੜੀ ਨਪੀ ਤੁਲੀ ਆਪਾਂ ਕਹਿ ਸਕਦੇ ਸ਼ਬਦਾਵਲੀ, ਬੜੀ ਨਪੀ ਤੁਲੀ ਬਿਆਨਬਾਜ਼ੀ ਕੀਤੀ ਗਈ ਹੈ। ਇੱਕ ਸਮਝਦਾਰ ਵਿਅਕਤੀ ਵਾਲੀ ਬਿਆਨਬਾਜ਼ੀ ਉਹਨਾਂ ਦੀ ਸਾਹਮਣੇ ਆਈ ਹੈ ਇਸ ਇੰਟਰਵਿਊ ਦੇ ਤਹਿਤ। ਸਭ ਤੋਂ ਵੱਡੀ ਗੱਲ ਜਿਹੜੀ ਹੈਗੀ, ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਆਮ ਲੋਕਾਂ ਨੇ ਰੌਲਾ ਪਾਇਆ ਸੀਗਾ ਕਿ ਅਤੁਲ ਨੰਦਾ ਜਿਹੜਾ ਹੈਗਾ ਉਹਨੇ ਬੜਾ ਵੱਡਾ ਰੋਲ ਅਦਾ ਕਰਿਆ ਹੈ ਕਿ ਇਸ ਕਾਰਵਾਈ ਨੂੰ ਜਿਹੜੀ ਜਿਹੜਾ ਬਾਈਬਲ ਕਲਾਂ ਜਾਂ ਕੋਟਕਪੂਰਾ ਗੋਲੀकांड ਸੀ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਸੀਗੀ, ਉਹਦੇ ਵਿੱਚ ਜਿਹੜਾ ਕਾਰਵਾਈ ਨੂੰ ਪਿੱਛੇ ਧੱਕਣਾ ਜਾਂ ਕੁੰਵਰ ਵਿਜੇ ਪ੍ਰਤਾਪ ਦਾ ਅਸਤੀਫਾ ਜਾਂ ਰਿਪੋਰਟ ਰੱਦ ਕਰਾਉਣੀ, ਜਾਂਚ ਰਿਪੋਰਟ, ਉਹਦੇ ਵਿੱਚ ਅਤੁਲ ਨੰਦਾ ਦਾ ਬਹੁਤ ਵੱਡਾ ਹੱਥ ਹੈ। ਤਾਂ ਉਹ ਗੱਲ ਜਿਹੜੀ ਸਪਸ਼ਟ ਹੋ ਗਈ ਹੈ ਕੁੰਵਰ ਵਿਜੇ ਪ੍ਰਤਾਪ ਦੀ ਇਸ ਇੰਟਰਵਿਊ ਦੇ ਵਿੱਚ। ਉਹਨਾਂ ਨੇ ਬਕਾਇਦਾ ਤੌਰ ਤੇ, ਸਭ ਤੋਂ ਪਹਿਲਾਂ ਮੈਂ ਇਹੀ ਗੱਲ ਕਰ ਰਿਹਾ ਕਿ ਪਹਿਲਾ ਅਟੈਕ ਜਿਹੜਾ ਉਹਨਾਂ ਨੇ ਕੀਤਾ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਅਤੁਲ ਨੰਦਾ ਜੋ ਸੀਗਾ, ਜਿਹਨੂੰ ਸਰਕਾਰ ਵੱਲੋਂ ਲਿਖਤੀ ਰੂਪ ਵਿੱਚ ਵੀ, ਹਾਲਾਂਕਿ ਜਦੋਂ ਕਿਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਜਾਂਦੇ ਸੀ ਇਸ ਰਿਪੋਰਟ ਦੇ ਲਈ, ਇਸ ਜਾਂਚ ਦੇ ਲਈ, ਉਹਨਾਂ ਨਾਲ ਕੋਈ ਨੁਕਤਾ ਸਾਂਝਾ ਕਰਨ ਜਾਂ ਉਹਨਾਂ ਨੂੰ ਸਾਰੀ ਕਾਰਵਾਈ ਦੀ ਰਿਪੋਰਟ ਦੇਣ ਲਈ ਜਾਂਦੇ ਸੀ ਜਾਂ ਮਿਲਦੇ ਸੀ, ਕੋਈ ਕੰਮ ਵਾਸਤੇ ਮਿਲਦੇ ਸੀ ਜਾਂ ਕੋਈ ਕਿਸੇ ਦੇ ਸਹਿਯੋਗ ਬਾਰੇ ਮਿਲਦੇ ਸੀ, ਤਾਂ ਉਹ ਜਾਣੂ ਕਰਾਉਂਦੇ ਸੀ ਕਿ ਸਰਕਾਰੀ ਵਕੀਲਾਂ ਦੀ ਢਿੱਲ ਮੱਠ ਬਹੁਤ ਹੋ ਰਹੀ ਹੈ। ਤਾਂ ਕਹਿੰਦੇ ਕਿ ਬਕਾਇਦਾ ਤੌਰ ਤੇ ਉਹਨੂੰ ਕਿਹਾ ਗਿਆ, ਕੈਪਟਨ ਅਮਰਿੰਦਰ ਸਿੰਘ ਨੇ ਵੀ ਕਿਹਾ, ਮੈਂ ਵੀ ਕਹਿੰਦੇ ਚਿੱਠੀ ਲਿਖੀ, ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਕਹਿਣਾ ਕਿ ਉਹਨਾਂ ਨੇ ਵੀ ਚਿੱਠੀ ਲਿਖੀ, ਬਕਾਇਦਾ ਤੌਰ ਤੇ ਸਰਕਾਰ ਵੱਲੋਂ ਚਿੱਠੀ ਲਿਖ ਕੇ ਕਿਹਾ ਗਿਆ ਕਿ ਇਸ ਕੇਸ ਦੇ ਵਿੱਚ ਸਪੈਸ਼ਲੀ ਖੁਦ ਅਪੀਅਰ ਹੋ ਕੇ, ਜਾਣੀ ਕਿ ਆਪ ਪੇਸ਼ ਹੋ ਕੇ ਜਿਹੜੀ ਹੈਗੀ ਹੈ ਉਹ ਕਾਰਵਾਈ ਕਰਨੀ ਹੈ ਜਾਂ ਕਰਾਉਣੀ ਹੈ। ਤਾਂ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਸਿੱਧਾ ਐਲੀਗੇਸ਼ਨ ਲਾਇਆ ਕਿ ਜਦੋਂ ਵੀ ਇਸ ਕੇਸ ਦੀ ਸੁਣਵਾਈ ਹੋਣੀ ਹੁੰਦੀ ਸੀ ਜਾਂ ਕੋਈ ਬਹਿਸ ਹੋਣੀ ਹੁੰਦੀ ਸੀ ਤਾਂ ਉਹਦੇ ਵਿੱਚ ਅਤੁਲ ਨੰਦਾ ਬਤੌਰ ਕਹਿ ਲਓ ਕਿ ਐਡਵੋਕੇਟ ਜਨਰਲ ਹੋਣ ਦੇ ਨਾਤੇ ਉਹ ਉਸ ਕੇਸ ਦੇ ਵਿੱਚ ਹਾਜ਼ਰ ਹੀ ਨਹੀਂ ਹੁੰਦੇ ਸੀਗੇ ਔਰ ਛੁੱਟੀ ਲੈ ਜਾਂਦੇ ਸੀਗੇ, ਮੈਡੀਕਲ ਲੀਵ ਲੈ ਜਾਂਦੇ। ਉਹ ਕਹਿੰਦੇ ਉਹਨਾਂ ਦਾ ਰਿਕਾਰਡ ਕਢਾ ਕੇ ਦੇਖ ਲਓ ਵੀ ਉਹਨਾਂ ਨੇ ਹੁਣ ਤੱਕ ਮੈਡੀਕਲ ਲੀਵ ਕਿੰਨੀਆਂ ਲਈਆਂ ਔਰ ਇਸ ਕੇਸ ਦੇ ਵਿੱਚ ਜਦੋਂ ਕਿਤੇ ਉਹਨਾਂ ਦੀ ਲੋੜ ਪਈ ਉਹ ਕਿੰਨੀਆਂ ਲੀਵ ਲੈ ਕੇ ਗਏ, ਜਾਣੀ ਕਿ ਛੁੱਟੀਆਂ ਲੈ ਕੇ ਗਏ ਨੇ। ਜਾਣੀ ਕਿ ਸਿੱਧੇ ਤੌਰ ਤੇ ਆਪਾਂ ਕਹਿ ਲਓ ਕਿ ਅਤੁਲ ਨੰਦਾ ਦਾ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਐਲੀਗੇਸ਼ਨ ਵਾਲਾ ਦੌਰ ਚੱਲ ਰਿਹਾ ਸੀ, ਉਹਦੇ ਵਿੱਚ ਜਿਹੜੀ ਸੱਚਾਈ ਹੈ ਉਹ ਸਾਹਮਣੇ ਆ ਗਈ ਹੈ। ਹੁਣ ਅਤੁਲ ਨੰਦਾ ਦੀ ਜਿਹੜੀ ਬਿੱਲੀ ਹੈਗੀ ਉਹ ਥੱਲਿਓਂ ਬਾਹਰ ਆ ਗਈ ਹੈ। ਇਹਨਾਂ ਕੇਸਾਂ ਦੇ ਵਿੱਚ ਇੱਕ ਗੱਲ ਹੋਰ, ਬਾਕੀ ਗੱਲਾਂ ਬਾਅਦ ਚ ਕਰਾਂਗੇ, ਮੈਨੂੰ ਇੱਕ ਗੱਲ ਹੋਰ ਯਾਦ ਆ ਰਹੀ ਹੈ ਉਹਨਾਂ ਦੀ ਬਿਆਨਬਾਜ਼ੀ ਦੇ ਉਸ ਇੰਟਰਵਿਊ ਦੇ ਵਿੱਚ। ਉਹਨਾਂ ਨੇ ਇੱਕ ਗੱਲ ਹੋਰ ਕੀ ਹੈ, ਇੱਕ ਲਾਈਨ ਚ ਉਹਨਾਂ ਨੇ ਗੱਲ ਕੀਤੀ ਹੈ, ਕਹਿੰਦੇ ਦੋਸ਼ੀ ਤਾਕਤਵਰ ਹੈ। ਬਿਲਕੁਲ, ਦੋਸ਼ੀ ਕੋਲ ਤਾਕਤ ਹੈ ਤੇ ਉਹਨੇ ਤਾਂ ਹੱਥ ਕੰਡੇ ਅਪਣਾਉਣੇ ਹੀ ਨੇ, ਉਹਨੇ ਤਾਂ ਪੂਰਾ ਜ਼ੋਰ ਲਾਉਣਾ ਹੈ। ਜਾਣੀ ਕਿ ਸਿੱਧੇ ਤਰੀਕੇ ਨਾਲ ਉਹਨਾਂ ਨੇ ਨਹੀਂ ਕਿਹਾ, ਪਰ ਇਨਡਾਇਰੈਕਟ ਵੇ ਨਾਲ ਉਹਨਾਂ ਨੇ ਕੋਈ ਕੁਝ ਚੀਜ਼ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਤਾਕਤਵਰ ਕੌਣ ਹੈ? ਹੁਣ ਏਡੇ ਵੱਡੇ ਆਫੀਸਰ ਦੇ ਲੈਵਲ ਦੇ ਵਿੱਚ, ਜਿੱਥੇ ਇੱਕ ਆਫੀਸਰ, ਇਸ ਰੈਂਕ ਦਾ ਆਫੀਸਰ ਆਪਣੇ ਆਪ ਨੂੰ ਤੁੱਛ ਸਮਝ ਰਿਹਾ, ਤਾਂ ਤਾਕਤਵਰ ਕੌਣ ਹੋਊਗਾ? ਜਾਂ ਮਤਲਬ ਦਾ ਪੋਲੀਟੀਸ਼ੀਅਨ ਹੋਣਗੇ। ਸਿੱਧੇ ਤਰੀਕੇ ਨਾਲ ਹੱਥ ਪੋਲੀਟੀਸ਼ੀਅਨਾਂ ਦਾ ਆਏਗਾ, ਰਾਜਨੀਤਿਕ ਲੋਕਾਂ ਦਾ ਹੱਥ ਹੋਏਗਾ ਔਰ ਵੱਡੇ ਲੋਕ, ਵੱਡੇ ਤਾਕਤਵਰ ਕੌਣ ਹੁੰਦਾ? ਇਹ ਮਤਲਬ ਕਹਿਣ ਦਾ ਭਾਵ ਇਹ ਹੈ ਕਿ ਬਹੁਤ ਵੱਡੇ ਲੋਕਾਂ ਦਾ ਹੱਥ ਸੀ ਜਿਹਦੇ ਵਿੱਚ ਇਸ ਨੂੰ ਪੀ ਕੇ ਰੱਖਤਾ, ਰਿਪੋਰਟ ਨੂੰ, ਜਾਂਚ ਰਿਪੋਰਟ ਨੂੰ, ਜਿਹੜੇ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਰਿਪੋਰਟ ਸੀਗੀ ਉਹਨੂੰ ਪੀ ਕੇ ਰੱਖਤਾ।
ਫਿਰ ਉਹਨਾਂ ਨੇ ਖਰਚ ਦੀ ਗੱਲ ਕੀਤੀ ਆ। ਕੁੰਵਰ ਵਿਜੇ ਪ੍ਰਤਾਪ ਸਿੰਘ ਕਹਿੰਦੇ ਕਿ ਵਕੀਲਾਂ ਦੇ ਉੱਤੇ ਇੰਨਾ ਜ਼ਿਆਦਾ ਖਰਚ ਕੀਤਾ ਗਿਆ ਕਿ ਇੱਕ ਦਿਨ ਦਾ ਖਰਚ ਜੇ ਉਹਨਾਂ ਦਾ ਦੇਖਿਆ ਜਾਵੇ ਤਾਂ ਮੇਰੀ 3 ਸਾਲਾਂ ਦੀ ਤਨਖਾਹ ਬਣਦੀ ਆ। ਉਹਨਾਂ ਨੇ ਇਹ ਤੱਕ ਕਹਿਤਾ ਵੀ 3 ਸਾਲਾਂ ਦੀ ਤਨਖਾਹ ਬਣਦੀ ਹੈ। ਤੇ ਦੂਜਾ ਇਹ ਗੱਲ ਕੀ ਹੈ ਕਿ ਜਦੋਂ ਸਪੈਸ਼ਲ ਇੱਕ ਡੇਟ ਅਨਾਉਂਸ ਕੀਤੀ ਹੈ ਕਿ 26 ਜੁਲਾਈ 2019, ਇੱਕ ਦਿਨ ਪਹਿਲਾਂ ਪਤਾ ਲੱਗ ਜਾਂਦਾ ਹੈ ਕਿ ਵਕੀਲਾਂ ਦੀ ਹੜਤਾਲ ਹੈ, ਸਟ੍ਰਾਈਕ ਤੇ ਨੇ। ਉਸ ਦਿਨ ਦਾ ਖਰਚ ਕਢਾ ਕੇ ਦੇਖ ਲਓ, ਕਹਿੰਦੇ 55 ਲੱਖ ਰੁਪਏ ਤੱਕ ਦੇ ਉਹਨਾਂ ਨੇ ਅਮਾਊਂਟ ਦੱਸੀ ਹੈ ਕਿ 55 ਲੱਖ ਰੁਪਏ ਤੱਕ ਦਾ ਖਰਚ ਏਦਾਂ ਕਰਦੇ ਰਹੇ ਆ ਉਹਨਾਂ ਦੇ ਉੱਤੇ। ਔਰ 5 ਤਾਰਾ ਹੋਟਲ ਜਿਹੜੇ ਕਿ ਜਿਹੜੇ ਮਹਿੰਗੇ ਹੋਟਲਾਂ ਦੇ ਵਿੱਚ, ਤਾਜ ਹੋਟਲ ਦਾ ਨਾਮ ਲਿਆ ਕਿ ਤਾਜ ਹੋਟਲਾਂ ਦੇ ਵਿੱਚ ਸਰਕਾਰੀ ਵਕੀਲਾਂ ਦੀ ਰਿਹਾਇਸ਼ ਹੁੰਦੀ ਸੀ। ਉਹ ਕਹਿੰਦੇ ਇੱਕ ਵਾਰ ਤਾਜ ਹੋਟਲ ਕਿਸੇ ਕਾਨਫਰੰਸ ਕਰਕੇ ਬਿਜੀ ਸੀਗਾ ਤੇ ਦੂਜੇ ਹੋਟਲ ਦੇ ਵਿੱਚ ਕਹਿੰਦੇ ਉਹਨਾਂ ਦਾ ਉਹ ਅਰੇਂਜਮੈਂਟ ਕਰਤਾ ਰਹਿਣ ਦਾ, ਤਾਂ ਉਹਦੇ ਵਿੱਚ ਬੜੀ ਆਨਾਕਾਨੀ ਹੋਈ ਵੀ ਸਾਨੂੰ ਇਸ ਹੋਟਲ ਦੇ ਵਿੱਚ ਕਿਉਂ। ਔਰ ਆਪਣੇ ਆਪ ਨੂੰ ਉਹਨਾਂ ਨੇ ਇੰਨਾ ਛੋਟਾ ਮਹਿਸੂਸ ਕਰਿਆ। ਕਹਿੰਦੇ ਜਦੋਂ ਮੈਂ ਦਿੱਲੀ ਜਾਂਦਾ ਹੁੰਦਾ ਸੀ ਤਾਂ ਜਿਹੜੇ ਵਕੀਲ ਕਰੇ ਹੋਏ ਸੀ ਇੱਕ 2-2 ਮਿੰਟ ਦਿੰਦੇ ਹੁੰਦੇ ਸੀ ਮਸਾਂ ਹੀ। ਔਰ ਕਹਿੰਦੇ ਮੈਨੂੰ ਪੀਐਨ ਵਾਂਗੂ ਬਾਹਰ ਬੈਠਣਾ ਪੈਂਦਾ ਸੀਗਾ, ਵੇਟ ਕਰਨੀ ਪੈਂਦੀ ਸੀ। ਜਾਣੀ ਕਿ ਇਸ ਕੇਸ ਦੇ ਵਿੱਚ ਖਾਸ ਕਰ ਜਦੋਂ ਪਤਾ ਹੈ ਕਿ ਪੰਜਾਬ ਦੇ ਲੋਕਾਂ ਦੀਆਂ, ਪੰਜਾਬ ਦੀਆਂ ਕਿਉਂ ਪੂਰੇ ਵਰਲਡ ਦੇ ਵਿੱਚ ਜਿੱਥੇ ਜਿੱਥੇ ਗੁਰੂ ਗ੍ਰੰਥ ਸਾਹਿਬ ਨੂੰ ਪਿਆਰ ਕਰਨਾ, ਮੈਂ ਸਿੱਖ ਸ਼ਬਦ ਨਹੀਂ ਲੈ ਰਿਹਾ ਇੱਥੇ, ਨਾਂ ਨਹੀਂ ਲੈ ਰਿਹਾ ਸਿੱਖਾਂ ਦਾ, ਕਿਉਂਕਿ ਬਹੁਤ ਸਾਰੇ ਲੋਕ ਨੇ ਜਿਹੜੇ ਹੋਰ ਧਰਮਾਂ ਦੇ ਵੀ ਨੇ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਸਥਾ ਜਾਂ ਵਿਸ਼ਵਾਸ ਰੱਖਦੇ ਨੇ, ਭਰੋਸਾ ਉਹਨਾਂ ਦਾ, ਉਹ ਸਾਰਿਆਂ ਦੇ ਹਿਰਦੇ ਬਲੁੰਦਰੇ ਗਏ ਸੀ ਜਦੋਂ ਇਹ ਘਟਨਾ ਵਾਪਰੀ ਸੀ। ਸੋ ਜਿੱਥੇ ਵੀ ਉਹਨਾਂ ਦੇ ਪਿਆਰ ਕਰਨ ਵਾਲੇ ਬੈਠੇ ਸੀਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ, ਤਦੋਂ ਉਹਨਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਕੇਸ ਹੋਵੇ ਤੇ ਸਰਕਾਰ ਉਹਦੇ ਨਾਂ ਥੱਲੇ ਚੋਣਾਂ ਲੜੀ ਹੋਵੇ, ਉਹਦੇ ਨਾਂ ਥੱਲੇ ਕਾਂਗਰਸ ਨੇ ਸੱਤਾ ਹਥਿਆਈ ਹੋਵੇ, ਉਸ ਮਾਮਲੇ ਨੂੰ ਤੂਲ ਦੇ ਕੇ ਸਰਕਾਰ ਕਹਿੰਦੀ ਹੋਵੇ ਕਿ ਮੈਂ ਇੰਨੇ ਦਿਨਾਂ ਦੇ ਵਿੱਚ ਦੋਸ਼ੀਆਂ ਨੂੰ ਜੇਲ੍ਹ 'ਚ ਡੱਕ ਦੂੰ। ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਸੀਗਾ ਮੈਂ ਜੇਲ੍ਹ ਦੇ ਵਿੱਚ ਡੱਕ ਦੂੰਗਾ, ਦੋਸ਼ੀਆਂ ਨੂੰ ਸਜ਼ਾਵਾਂ ਦਬਾ ਕੇ ਹਟੂੰਗਾ। ਸਰਕਾਰ ਵੱਲੋਂ ਪੈਰਵਾਈ ਕਰੀ ਜਾ ਰਹੀ ਹੋਵੇ, ਸਰਕਾਰ ਸਿੱਟ ਤਿਆਰ ਕਰ ਰਹੀ ਹੋਵੇ, ਸਰਕਾਰ ਹੀ ਸੀਬੀਆਈ ਤੋਂ ਫਾਈਲਾਂ ਮੰਗਾ ਰਹੀ ਹੋਵੇ, ਸਰਕਾਰ ਕਹਿ ਰਹੀ ਹੋਵੇ ਕਿ ਮੈਨੂੰ ਮੇਰੀ ਪੁਲਿਸ ਤੇ ਭਰੋਸਾ ਆ, ਪੰਜਾਬ ਦੇ ਵਿੱਚ ਹੀ ਦੋਸ਼ੀ ਹੋਣ ਤੇ ਕਿਵੇਂ ਨਾ ਸਜ਼ਾ ਹੋਵੇ। ਉਹ ਕਹਿੰਦੇ ਕਿ ਜਦੋਂ ਇੱਕ ਕੋਰਟ ਦੇ ਵਿੱਚ ਹਾਈ ਕੋਰਟ ਦਾ ਉਹਨਾਂ ਨੇ ਵੇਰਵਾ ਦਿੱਤਾ ਕਿ ਹਾਈ ਕੋਰਟ ਦੇ ਵਿੱਚ ਜਦੋਂ ਏਦਾਂ ਦਾ ਕੋਈ ਫੈਸਲਾ ਹੁੰਦਾ ਹੈ ਤਾਂ ਉਹ ਅਪੀਲ ਦੇ ਅਗੇਂਸਟ ਹੁੰਦਾ ਹੈ। ਪਰ ਇੱਥੇ ਕੀ ਹੋਇਆ, ਕਹਿੰਦੇ FIR ਹੋਈ, ਚਲਾਨ ਪੇਸ਼ ਹੋ ਗਿਆ, 207 CRPC ਦੇ ਤਹਿਤ ਉਹਨਾਂ ਨੇ ਨਾਂ ਲਿਆ ਕਿ ਕਾਰਵਾਈ ਵੀ ਹੋਈ, ਸਾਰਾ ਕੁਝ ਹੋ ਗਿਆ, ਠੀਕ ਹੈ। ਲੇਕਿਨ ਪਬਲਿਕ ਰਿਟ ਦੇ ਅਗੇਂਸਟ ਜਿਹੜਾ ਹੈਗਾ ਉੱਥੇ ਸੁਣਵਾਈ ਕਿਸੇ ਦੇ ਆਧਾਰ ਤੇ ਹੋ ਰਹੀ ਹੈ। ਹਾਈ ਕੋਰਟ ਦੇ ਵਿੱਚ ਕਹਿੰਦੇ 2 to 6 ਜਾਨੀ ਕਿ 226 ਦੇ ਤਹਿਤ ਕਹਿੰਦੇ ਉੱਥੇ ਕਾਰਵਾਈ ਹੋ ਰਹੀ ਹੈ, ਰਿਟ ਦੇ ਅਗੇਂਸਟ ਕਾਰਵਾਈ ਹੋ ਰਹੀ ਹੈ, ਉੱਥੇ ਫੈਸਲਾ ਸੁਣਾਇਆ ਜਾ ਰਿਹਾ। ਤੇ ਜਾਨੀ ਕਿ ਸਿੱਧੇ ਤੌਰ ਤੇ ਆਪਾਂ ਕਹਿ ਸਕਦੇ ਹਾਂ ਕਿ ਇਸ ਫੈਸਲੇ ਨੂੰ ਲੈ ਕੇ, ਇਸ ਮਾਮਲੇ ਨੂੰ ਲੈ ਕੇ, ਇਸ ਮਾਮਲੇ ਨੂੰ ਲੈ ਕੇ ਬਹੁਤ ਵੱਡੇ ਹੱਥ ਕੰਡੇ ਅਪਣਾਏ ਗਏ ਇਸ ਨੂੰ ਦੱਬਣ ਦੇ ਲਈ। ਇਹ ਸਾਹਮਣੇ ਨਾ ਆਵੇ, ਇਹਦੀ ਸੱਚਾਈ ਸਾਹਮਣੇ ਨਾ ਆਵੇ, ਲੋਕ ਇਹਦੇ ਵਿੱਚ ਉਲਝੇ ਰਹਿਣ ਜਾਂ ਸੱਚੀ ਮੁੱਚੀ ਕਿਤੇ ਜਿਹੜੇ ਦੋਸ਼ੀ ਨੇ ਉਹਨਾਂ ਦਾ ਨਾਂ ਸਾਹਮਣੇ ਨਾ ਆਵੇ। ਮਤਲਬ ਕੋਰਟਾਂ ਦੇ ਵਿੱਚ ਵੀ ਆਪਾਂ ਕਹਿ ਸਕਦੇ ਹਾਂ ਕਿਵੇਂ ਕੋਰਟਾਂ ਦੇ ਵਿੱਚ ਕਿਵੇਂ ਵਕੀਲਾਂ ਨੂੰ ਖਰੀਦਿਆ ਗਿਆ, ਕਿਵੇਂ ਵਕੀਲ ਸਰਕਾਰੀ ਵਕੀਲ ਜਿਨ੍ਹਾਂ ਦਾ ਆਪਣਾ ਫਰਜ਼ ਬਣਦਾ ਸੀ, ਜਿਨ੍ਹਾਂ ਨੇ ਲੱਖਾਂ ਰੁਪਈਆ ਇਸ ਕੇਸ ਤੋਂ ਕਮਾਇਆ, ਉਹ ਕਹਿੰਦੇ ਇੱਕ ਕੁਬੇਰ ਦਾ ਖਜ਼ਾਨਾ ਬਣ ਗਿਆ ਇਹ ਵਕੀਲਾਂ ਦੇ ਲਈ। ਕੁਝ ਲੋਕਾਂ ਦੇ ਲਈ ਕਹਿੰਦੇ ਇਹ ਮਾਮਲਾ ਕੁਬੇਰ ਦਾ ਖਜ਼ਾਨਾ ਬਣ ਗਿਆ ਤੇ ਉਹ ਇੰਨਾ ਪੈਸਾ ਕਮਾ ਚੁੱਕੇ। ਇੰਨਾ ਮਤਲਬ ਐ ਕਹਿ ਲਓ ਕਿ ਗੁਰੂ ਗ੍ਰੰਥ ਸਾਹਿਬ ਦਾ ਜੇ ਕੋਈ ਸਤਿਕਾਰ ਕਰਦਾ ਵੀ ਹੋਣਾ ਕਿਸੇ ਤਰੀਕੇ ਨਾਲ ਤਾਂ ਉਹਦਾ ਵੀ ਵਿਸ਼ਵਾਸ ਉਖੜਨ ਵਾਲਾ ਕੰਮ ਹੋ ਜਾਂਦਾ ਕਿ ਉਹ ਮਹਾਰਾਜ ਮਤਲਬ ਐ ਕਹਿ ਲਓ ਕਿ ਗੁਰੂ ਸਾਹਿਬ ਉੱਤੇ ਵੀ ਕੁਐਸਚਨ ਕਰ ਦਿੰਦਾ ਕਿ ਗੁਰੂ ਸਾਹਿਬ ਇਹਨਾਂ ਨੂੰ ਦੋਸ਼ੀਆਂ ਨੂੰ ਸਜ਼ਾ ਕਿਵੇਂ ਮਿਲੂਗੀ। ਤੁਹਾਡੇ ਮਾਮਲੇ ਨੂੰ ਲੈ ਕੇ ਐਡੇ ਘਪਲੇ ਕਰਕੇ ਐਡੀਆਂ ਤਰੀਕਾਂ ਪਵਾ ਕੇ ਅੱਗੇ ਉਹਦੇ ਉੱਤੇ ਵੀ ਇਮਾਨਦਾਰੀ ਨਾਲ ਨਹੀਂ ਤੁਰੇ ਤਾਂ ਹੋਰ ਆਮ ਲੋਕਾਂ ਨੂੰ ਨਿਆਂ ਮਿਲਣ ਦੀ ਕਿੱਥੋਂ ਆਸ ਰੱਖ ਸਕਦੇ ਆ ਕੋਈ। ਹੁਣ ਅੱਗੇ ਗੱਲ ਮੈਂ ਤੁਹਾਡਾ ਟਾਈਮ ਲੈ ਰਿਹਾ ਜ਼ਿਆਦਾ, ਤੁਹਾਨੂੰ ਮੇਰੇ ਖਿਆਲ ਬੋਲਣ ਦਾ ਮੌਕਾ ਨਹੀਂ ਮਿਲ ਰਿਹਾ। ਇਹ ਬੋਲੇ ਹੀ ਇੰਨਾ ਜ਼ਿਆਦਾ ਆ ਉਹਨੇ ਕੁੰਵਰ ਵਿਜੇ ਪ੍ਰਤਾਪ ਹੋਰਾਂ ਨੇ। ਉਹ ਫੂਲਕਾ ਦਾ ਹੁਣ ਜਿਵੇਂ ਹੁਣ ਚਿੱਠੀਆਂ ਤੇ ਚਿੱਠੀਆਂ ਕੱਢੀ ਜਾਂਦੇ ਨੇ, ਫੂਲਕਾ ਬਾਰੇ ਵੀ ਗੱਲ ਕਰਦੇ ਆ। ਉਹਨਾਂ ਨੇ ਕਿਹਾ ਕਹਿੰਦੇ ਫੂਲਕਾ ਨੂੰ ਹੁਣ ਬੋਲਣ ਦਾ ਕੋਈ ਅਧਿਕਾਰ ਨਹੀਂ, ਬਕਾਇਦਾ ਤੌਰ ਤੇ ਚੈਲੰਜ ਕਰਦਿਆਂ ਕਿਹਾ ਫੂਲਕਾ ਨੂੰ, ਕਹਿੰਦੇ ਜੇ ਹੁਣ ਬੋਲਣੋਂ ਨਾ ਹਟਿਆ ਤਾਂ ਮੇਰੇ ਕੋਲ ਬਹੁਤ ਕੁਛ ਹੈ, ਮੈਂ ਬਹੁਤ ਬੋਲੂਗਾ। ਉਹਨਾਂ ਨੂੰ ਕਹਿੰਦਾ ਮੈਂ ਰੋਕਿਆ ਸੀ ਵੀ ਹਟ ਜਾਓ ਤੁਸੀਂ, ਇਸ ਮਾਮਲੇ 'ਚ ਨਾ ਬੋਲੋ, ਚਿੱਠੀਆਂ ਲਿਖ ਕੇ ਜਿਵੇਂ ਕਹਿ ਰਹੇ ਨੇ ਨਾ ਗਰਜਣ ਦੀ ਲੋੜ ਨਹੀਂ, ਹੁਣ ਵਰਨ ਦੀ ਲੋੜ ਆ। ਅੱਛਾ ਫੂਲਕਾ ਸਾਹਿਬ ਨੂੰ ਤਾਂ ਹੁਣ ਲੋਕ ਵੀ ਪੁੱਛ ਰਹੇ ਨੇ ਨਾ ਇਸ ਇੰਟਰਵਿਊ ਤੋਂ ਬਾਅਦ
ਕਿ ਫੂਲਕਾ ਸਾਹਿਬ ਜਦੋਂ ਤੁਹਾਨੂੰ ਵਰਨ ਦਾ ਟਾਈਮ ਸੀ ਉਦੋਂ ਕਿਤੇ ਸੀ। ਓਦਾਂ ਤੁਸੀਂ ਗੱਲ ਕਰਦੇ ਹੋ ਕਿ ਜਿਹੜਾ ਸਿੱਖਾਂ ਦੇ ਜਾਂ 84 ਦੇ ਮਾਮਲਿਆਂ ਨੂੰ ਲੈ ਕੇ ਮੈਂ ਬੜਾ ਗੰਭੀਰ ਹੈ, ਮੈਂ ਸਿੱਖਾਂ ਦੇ ਮਸਲਿਆਂ ਨੂੰ ਲੈ ਕੇ ਬੜਾ ਗੰਭੀਰ ਹੈ, ਮੈਂ ਕਿਉਂ ਪੈਸਾ ਨਹੀਂ ਲੈਣਾ ਵਾ ਜਾਂ ਮੈਂ ਕੋਈ ਪੈਸਾ ਨਹੀਂ ਲੈਂਦਾ। ਇਹ ਬਕਾਇਦਾ ਤੌਰ ਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਉਹਨਾਂ ਨੇ ਦੋਸ਼ ਲਾਇਆ ਕਿ ਫੂਲਕਾ ਨਾਲ ਜਾ ਕੇ ਮਿਲੇ ਔਰ ਜੋ ਕੁਝ ਵੀ ਉਹਨਾਂ ਕੋਲ ਡਿਟੇਲ ਸੀਗੀ ਆਪਣੀ ਜਾਂਚ ਰਿਪੋਰਟ ਦੇ ਦੌਰਾਨ ਉਹਨਾਂ ਨੂੰ ਮਿਲੀ, ਇਕੱਤਰ ਕੀਤੀ ਉਹਨਾਂ ਨੇ, ਜੋ ਕੁਝ ਹੈਗਾ ਸੀ ਸਾਰਾ ਕੁਝ ਉਹਨਾਂ ਨੂੰ ਸੌਂਪਿਆ ਫੂਲਕਾ ਸਾਹਿਬ ਨੂੰ। ਔਰ ਕਹਿੰਦੇ ਮੈਂ ਬੇਨਤੀ ਕੀਤੀ ਕਿ ਫੂਲਕਾ ਸਾਹਿਬ ਤੁਸੀਂ ਇੱਕ ਵਾਰ ਆ ਕੇ ਤੁਸੀਂ ਫਰੀਦਕੋਟ ਆ ਜਾਓ, ਹਾਈ ਕੋਰਟ 'ਚ ਪੇਸ਼ ਹੋ ਜਾਓ, ਇੱਕ ਵਾਰ ਆ ਕੇ ਤੁਸੀਂ ਕਹਿ ਦਿਓ ਕਿ ਮੈਂ ਅਪੀਲ ਹੋ ਰਿਹਾ ਇਸ ਮਾਮਲੇ ਨੂੰ ਲੈ ਕੇ। ਮੈਂ ਕਹਿੰਦੇ ਮੈਨੂੰ ਬੜੀ ਆਸ ਸੀ ਕਿ ਫੂਲਕਾ ਸਾਹਿਬ ਉਹ ਕਰਨਗੇ, ਇਸ ਗੱਲ ਦੀ ਪੈਰਵੀ ਕਰਨਗੇ ਇਸ ਮਾਮਲੇ ਦੀ। ਪਰ ਕਹਿੰਦੇ ਫੂਲਕਾ ਸਾਹਿਬ ਦਾ ਜਵਾਬ ਸੀ ਮੈਂ ਸੁਪਰੀਮ ਕੋਰਟ ਤੋਂ ਥੱਲੇ ਦਾ ਮੈਂ ਕੇਸ ਨਹੀਂ ਲੜਦਾ। ਔਰ ਕਹਿੰਦੇ ਇੱਕ ਵਾਰ ਉਹਨਾਂ ਨੇ ਮੇਰੇ ਕਹਿਣ ਦੇ ਉੱਤੇ ਕਹਿੰਦੇ ਮੈਨੂੰ ਕਹਿੰਦੇ ਵੀ ਮੈਂ ਆਪਣੇ ਵਕੀਲ ਭੇਜਦਾ ਤੇ ਉਹ ਗੱਲ ਕਰਨਗੇ। ਕਹਿੰਦੇ ਮੈਂ ਫੇਰ ਵਿਸ਼ਵਾਸ ਕਰ ਗਿਆ ਕਿ ਸ਼ਾਇਦ ਬਹਿਸ ਹੋ ਜਾਵੇ, ਬਹਿਸ ਕਰ ਲੈਣ, ਇਹ ਵਧੀਆ ਬੰਦੇ ਹੋਣਗੇ ਫੂਲਕਾ ਸਾਹਿਬ ਨੇ ਭੇਜੇ ਆ। ਤਾਂ ਬਾਅਦ ਵਿੱਚ ਕਹਿੰਦੇ ਮੈਨੂੰ ਅਖਬਾਰਾਂ ਦੇ ਵਿੱਚ ਦੇਖਿਆ ਉਹ ਤਾਂ ਸਾਡੇ ਹੀ ਵਿਰੁੱਧ ਭੁਗਤ ਗਏ, ਜਾਣੀ ਕਿ ਉਹ ਬੰਦੇ ਵੀ ਵਿਕ ਗਏ। ਜਿਨ੍ਹਾਂ ਬੰਦਿਆਂ ਤੇ ਵਿਸ਼ਵਾਸ ਕਰਕੇ ਫੂਲਕਾ ਸਾਹਿਬ ਬੈਠੇ ਨੇ ਉਹ ਬੰਦੇ ਵੀ ਵਿਕ ਗਏ। ਹੁਣ ਜਾਂ ਤਾਂ ਉਹ ਫੂਲਕਾ ਸਾਹਿਬ ਕਹਿਣਗੇ ਮੈਨੂੰ ਪਤਾ ਨਹੀਂ ਸੀ, ਫਿਰ ਉਹ ਬੰਦਿਆਂ ਦਾ ਨਾਂ ਕਿਵੇਂ ਲੈ ਲਿਆ, ਉਹਨਾਂ ਤੇ ਵਿਸ਼ਵਾਸ ਕਿਵੇਂ ਜਤਾ ਦਿਆ ਐਡੇ ਵੱਡੇ ਕੇਸ ਦੇ ਉੱਤੇ। ਇਹ ਕਿਹੜਾ ਕਿਸੇ ਇੱਕ ਵਿਅਕਤੀ ਦਾ ਕੇਸ ਸੀਗਾ। ਤੋ ਮਤਲਬ ਕਹਿਣ ਦਾ ਭਾਵ ਇਹ ਹੈ ਕਿ ਜਿਹੜੇ ਅੱਜ ਦਮਗਜੇ ਮਾਰ ਰਹੇ ਨੇ ਨਾ ਸੁਖਵਿੰਦਰ ਜੀ ਇਸ ਮਾਮਲੇ ਨੂੰ ਲੈ ਕੇ, ਚਾਹੇ ਉਹ ਐਚਐਸ ਫੂਲਕਾ ਨੇ ਚਾਹੇ ਕੋਈ ਹੋਰ ਨੇ, ਪਰ ਉਹਨਾਂ ਨੂੰ ਇਹਨਾਂ ਗੱਲਾਂ ਦਾ ਜਵਾਬ ਦੇਣਾ ਚਾਹੀਦਾ ਕਿ ਜਦੋਂ ਲੋੜ ਸੀ ਉਦੋਂ ਕਿੱਥੇ ਗਏ। ਸਰਕਾਰੀ ਵਕੀਲਾਂ ਦੇ ਉੱਤੇ ਇਲਜ਼ਾਮਬਾਜ਼ੀ ਤਾਂ ਇੰਨੀ ਜ਼ਿਆਦਾ ਕੀਤੀ। ਉਹ ਕਹਿੰਦੇ ਕਿ ਮੈਂ ਉਹਨਾਂ ਨੂੰ ਬੇਨਤੀ ਕਰਦਾ ਥੱਕ ਜਾਂਦਾ ਸੀ ਕਿ ਭਾਈ ਤੁਸੀਂ ਬਹਿਸ ਕਰ ਲਓ, ਮੈਨੂੰ ਪੇਸ਼ ਹੋ ਲੈਣ ਦਿਓ। ਕਹਿੰਦੇ ਮੈਨੂੰ ਹੀ ਨਹੀਂ ਪੇਸ਼ ਹੋਣ ਦੇ ਹਾਈ ਕੋਰਟ ਦੇ ਵਿੱਚ, ਮੈਨੂੰ ਹੀ ਬਹਿਸ ਕਰਨ ਦਾ ਮੌਕਾ ਨਹੀਂ, ਨਾ ਆਪ ਬਹਿਸ ਕੀਤੀ ਨਾ ਮੈਨੂੰ ਕਰਨ ਦਿੱਤੀ, ਛੁੱਟੀ ਲੈ ਕੇ ਚਲੇ ਜਾਂਦੇ ਸੀਗੇ। ਵਕੀਲਾਂ ਦਾ ਮਤਲਬ ਕਹਿ ਸਕਦੇ ਆ ਕਿ ਜਿਹੜਾ ਸਰਕਾਰ ਦਾ ਰਵੱਈਆ ਸੀਗਾ, ਕੈਪਟਨ ਸਰਕਾਰ ਇੱਥੇ ਘਿਰਦੀ ਬੜੀ ਕਸੂਤੀ ਨਜ਼ਰ ਆ ਰਹੀ ਹੈ, ਕਸੂਤੀ ਘਿਰਦੀ ਨਜ਼ਰ ਆ ਰਹੀ ਹੈ ਕਿ ਜਦੋਂ ਇਹ ਕਹਿੰਦੇ ਸੀ ਅਸੀਂ ਅੰਦਰ ਦੇ ਦਾਂਗੇ ਦੋਸ਼ੀਆਂ ਨੂੰ ਅੰਦਰ ਦੇਣਾ ਤਾਂ ਵੱਖਰੀ ਗੱਲ ਹੈ, ਉਹਨਾਂ ਤੇ ਕਾਰਵਾਈ ਨਹੀਂ ਹੋਣੀ। ਤੁਸੀਂ ਹੁਣ ਦੇਖਿਆ ਹੀ ਹੈ ਪਿੱਛੇ ਇੱਕ ਛੋਟਾ ਜਿਹਾ ਕੇਸ ਸੀਗਾ ਡਰੱਗ ਵਾਲਾ, ਜਿਹੜਾ ਉਹ ਮੁੰਡਾ ਫੜਿਆ ਗਿਆ ਸੀ, ਸਰਪੰਚ ਸੀ ਰਾਣੋ, ਉਹਦੇ ਵਿੱਚ ਦੇਖੋ ਤੁਸੀਂ ਸੈਂਪਲ ਹੀ ਗਾਇਬ ਹੋ ਗਏ। ਤੇ ਆ ਹੁਣ ਜਿਹੜਾ ਕੁੰਵਰ ਵਿਜੇ ਪ੍ਰਤਾਪ ਨੇ ਦੋਸ਼ ਲਾਇਆ, ਉਹ ਕਹਿੰਦਾ ਵੀ ਇਹਦਾ ਸਿੱਟਾ ਨਹੀਂ ਨਿਕਲਣਾ, ਹੁਣ ਇਸ ਕੇਸ ਦਾ ਕੋਈ ਸਿੱਟਾ ਨਹੀਂ ਨਿਕਲਣਾ। ਇਹ ਵੀ ਲੰਬੇ ਸਮੇਂ ਤੱਕ ਹੁਣ ਨਵੀਂ ਸਿੱਟ ਬਣਾਤੀ ਆ, ਨਵੀਂ ਸਿੱਟ ਦੇ ਤਹਿਤ ਉਹਨਾਂ ਨੇ ਕਾਰਵਾਈ ਕਰਨੀ ਹੈ। ਉਹਨਾਂ ਨੇ ਕਿੰਨਾ ਟਾਈਮ ਲੈਣਾ ਕੁਛ ਨਹੀਂ ਪਤਾ, ਉਸ ਤੋਂ ਬਾਅਦ ਠੰਡੇ ਬਸਤੇ 'ਚ ਪੈ ਜਾਣਾ ਇਹ ਮਾਮਲਾ। ਔਰ ਉਹਨਾਂ ਨੇ ਚਲੋ ਜੋ ਆਪਣੇ ਬਾਰੇ ਜੋ ਗੱਲ ਕੀਤੀ ਉਹ ਇਹੀ ਹੈ ਕਿ ਮੈਂ ਹੁਣ ਬਤੌਰ ਇੱਕ ਵਕੀਲ ਐਡਵੋਕੇਟ ਮੈਂ ਇਹਨਾਂ ਕੇਸਾਂ ਦੀ ਖੁਦ ਪੈਰਵਾਈ ਕਰੂੰਗਾ। ਕਦੋਂ ਕਰਨੀ ਹੈ ਜਾਂ ਕਿੱਦਾਂ ਦਾ ਸਮਾਂ ਹੋਏਗਾ ਸੁਖਵਿੰਦਰ, ਇਹਦਾ ਹਾਲੇ ਕੁਛ ਨਹੀਂ ਕਿਹਾ ਜਾ ਸਕਦਾ। ਪਰ ਜੋ ਸਰਕਾਰ ਦੀ ਮਨਸ਼ਾ ਸੀ, ਜੋ ਸਰਕਾਰ ਨੇ ਦੋਸ਼ੀਆਂ ਨੂੰ ਬਚਾਉਣ ਦੇ ਵਿੱਚ ਕਾਂਗਰਸ ਨੇ ਜੋ ਰੋਲ ਅਦਾ ਕੀਤਾ, ਕਾਂਗਰਸ ਨੇ ਆਪਣੇ ਵਕੀਲਾਂ ਦਾ ਜੋ ਪੈਨਲ ਬਣਾਇਆ ਸੀਗਾ, ਉਹਨਾਂ ਤੋਂ ਨਾ ਕਿਸੇ ਨੂੰ ਪੁੱਛਿਆ, ਨਾ ਉਹਨਾਂ ਤੋਂ ਕੋਈ ਆਊਟਪੁੱਟ ਲਈ, ਨਾ ਹੀ ਉਹਨਾਂ ਦੀ ਕਾਰਗੁਜ਼ਾਰੀ ਜਿਵੇਂ ਪਤਾ ਲੱਗਦੀ ਰਹੀ ਉਹਨਾਂ ਦੇ ਉੱਤੇ ਕੋਈ ਕਾਰਵਾਈ ਕੀਤੀ। ਸੋ ਉਹਦੀ ਮਨਸ਼ਾ ਸਾਫ਼ ਕਲੀਅਰ ਹੋ ਗਈ ਹੈ। ਕੁੰਵਰ ਵਿਜੇ ਪ੍ਰਤਾਪ ਨੇ ਇਹ ਸਪਸ਼ਟ ਕਰਤਾ ਹੈ ਕਿ ਇਹ ਕੇਸ ਵੀ 84 ਵਾਂਗੂ ਚੋਣ ਮੁੱਦਾ ਬਣ ਕੇ ਰਹਿ ਜਾਣਾ। ਇੱਥੇ ਇਨਸਾਫ ਮਿਲਣ ਦੀ ਫਿਲਹਾਲ ਕੋਈ ਆਸ ਨਹੀਂ ਹੈ ਜੀ। ਬਿਲਕੁਲ, ਜਿਵੇਂ ਕਹਾਵਤ ਹੈ ਕਿ ਇਸ ਹਮਾਮ 'ਚ ਸਾਰੇ ਨੰਗੇ ਨੇ। ਇਸ ਕੇਸ ਨੂੰ ਇੰਨਾ ਮਤਲਬ ਕਿ ਬੇਦਰਦੀ ਦੇ ਨਾਲ ਲਮਕਾਇਆ ਗਿਆ ਕਿ ਹਾਲੇ ਤੱਕ ਵੀ ਜਿਹੜਾ ਇਨਸਾਫ ਦੇ ਲਈ, ਜਿਵੇਂ ਆਪਾਂ ਅੱਜ ਦੇਖਿਆ ਕਿ ਬਹਿਬਲ ਕਲਾਂ ਗੋਲੀकांड ਨੂੰ ਲੈ ਕੇ ਉੱਥੇ ਵਕੀਲਾਂ ਦਾ ਕਹਿ ਦਿੱਤਾ ਗਿਆ ਕਿ ਉਹ ਕਰੋਨਾ ਪੋਜ਼ਿਟਿਵ ਨੇ, ਅੱਗੇ ਸਮਾਂ ਦਿੱਤਾ ਜਾਵੇ। ਹਾਲੇ ਤੱਕ ਕੋਟਕਪੂਰਾ ਗੋਲੀकांड ਮਾਮਲੇ ਦੇ ਵਿੱਚ ਜਿਹੜਾ ਫੈਸਲਾ ਅਦਾਲਤ ਨੇ ਦਿੱਤਾ, ਹਾਈ ਕੋਰਟ ਨੇ, ਉਹਦੇ ਫੈਸਲੇ ਦੀ ਕਾਪੀ ਤੱਕ ਜਿਹੜੀ ਹੈ ਉਹ ਬਾਹਰ ਨਹੀਂ ਆਈ। ਮਤਲਬ ਕਿ ਬੜੇ ਤਰ੍ਹਾਂ ਦੇ ਸਵਾਲ ਉੱਠਦੇ ਨੇ ਕਿ ਆਖਿਰਕਾਰ ਸਿਆਸਤ ਕਿੱਥੋਂ ਤੱਕ ਕੰਮ ਕਰ ਰਹੀ ਹੈ। ਸਾਡੀ ਸੋਚ ਤੋਂ ਕਿਤੇ ਪਰੇ ਜਾ ਕੇ ਅਸੀਂ ਸੋਚ ਕੁਝ ਹੋਰ ਰਹੇ ਹਾਂ, ਸਿਆਸਤ ਕਿਸ ਤਰ੍ਹਾਂ ਖੇਡਦੀ ਹੈ ਉਹ ਸ਼ਾਇਦ ਸਾਨੂੰ ਬੜਾ ਦੇਰ ਬਾਅਦ ਸਮਝ ਆਉਂਦਾ। ਸੋ ਆਖਰੀ ਸਵਾਲ ਪਰਮਿੰਦਰ ਜੀ ਕਿ ਕਿਸਾਨਾਂ ਦੇ ਵੱਲੋਂ ਜਿੱਥੇ ਇੱਕ ਪਾਸੇ ਕਰੋਨਾ ਦੇ ਕੇਸਾਂ ਦੀ ਗਿਣਤੀ ਵੱਧਦੀ ਦੇਖ ਰਹੇ ਆ ਤੇ ਦੂਜੇ ਪਾਸੇ ਕਿਸਾਨਾਂ ਨੇ ਕਿਹਾ ਕਿ ਸਰਕਾਰ ਕਹਿੰਦੀ ਕਿ ਆਪਰੇਸ਼ਨ ਕਲੀਨ ਕਰਨਾ, ਹਾਲਾਂਕਿ ਸਰਕਾਰ ਨੇ ਕਿਹਾ ਸੀ ਇਹ ਨਹੀਂ ਕਿਹਾ, ਇੱਕ ਅਫਵਾਹ ਉਡਾਈ ਗਈ ਹੈ, ਸਾਡੀ ਇਹੋ ਜਿਹੀ ਕੋਈ ਤਿਆਰੀ ਨਹੀਂ। ਪਰ ਕਿਸਾਨ ਜਿਹੜੇ ਨੇ ਇਸ ਮਸਲੇ ਉੱਤੇ ਸਿੱਧੇ ਸਟੈਂਡ ਤੇ ਨੇ। ਕਿਸਾਨ ਕਹਿੰਦੇ ਕਿ ਅਸੀਂ ਆਪਰੇਸ਼ਨ ਸ਼ਕਤੀ ਦਿਖਾਵਾਂਗੇ, ਭਾਵ ਕਿ ਸ਼ਕਤੀ ਪ੍ਰਦਰਸ਼ਨ ਦਿਖਾਵਾਂਗੇ। ਬਾਰਡਰਾਂ ਦੇ ਉੱਤੇ ਸਾਡੇ ਕਿਸਾਨ ਜਿਹੜੇ ਨੇ ਉਹ ਅਗਲੇ ਦਿਨਾਂ ਦੇ ਵਿੱਚ ਦਿੱਲੀ ਪਹੁੰਚਣਗੇ, ਜੱਥੇ ਪਹੁੰਚਣਗੇ, ਉੱਥੇ ਕਰੋਨਾ ਦਾ ਧਿਆਨ ਰੱਖਿਆ ਜਾਏਗਾ। ਨਾਲੋਂ ਨਾਲ ਜਿਹੜਾ ਪ੍ਰਵਾਸੀਆਂ ਨੂੰ ਸੱਦਾ ਦਿੱਤਾ ਸੀਗਾ ਕਿ ਕਰੋਨਾ ਦੇ ਦੌਰਾਨ ਤੁਸੀਂ ਸਾਡੇ ਕੋਲ ਆ ਜਾਓ,
ਤੇ ਪਰ ਉਹ ਪ੍ਰਵਾਸੀ ਜਿਹੜੇ ਨੇ ਆਪਾਂ ਦੇਖ ਰਹੇ ਹਾਂ ਕਿ ਦਿੱਲੀ ਜਾਂ ਹੋਰ ਹਰਿਆਣੇ ਤੋਂ ਤਸਵੀਰਾਂ ਵਾਇਰਲ ਹੋ ਰਹੀਆਂ ਨੇ, ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਕਿ ਪ੍ਰਵਾਸੀ ਵੱਡੀ ਗਿਣਤੀ ਦੇ ਵਿੱਚ ਆਪਣੇ ਘਰਾਂ ਨੂੰ ਵਾਪਸੀ ਕਰ ਰਹੇ ਨੇ। ਜਦੋਂ ਆਪਾਂ ਇੰਟਰਵਿਊ ਕਰ ਰਹੇ ਹਾਂ, ਮੈਂ ਇੱਕ ਹੋਰ ਖਬਰ ਦੇਖ ਰਿਹਾ ਸੀ ਨਾਲ ਕਿ ਇੱਕ ਬੱਸ ਜਿਹੜੀ ਹੈ ਪ੍ਰਵਾਸੀਆਂ ਨਾਲ ਭਰੀ ਹੋਈ, ਉਹ ਪਲਟ ਗਈ, ਉਹਦੇ ਵਿੱਚ ਕੁਝ ਲੋਕ ਜ਼ਖਮੀ ਹੋ ਗਏ। ਉਹ ਬੱਸ ਵੀ ਇੰਨੀ ਬੁਰੀ ਤਰ੍ਹਾਂ ਭਰੀ ਹੋਈ ਹੈ ਕਿ ਉੱਪਰੋਂ ਲੈ ਕੇ ਨੀਚੇ ਤੱਕ ਸਿਰਫ ਉਹਦੇ ਵਿੱਚ ਸਵਾਰੀਆਂ ਸਵਾਰੀਆਂ, ਜਿਹੜੇ ਮਜ਼ਦੂਰ ਹੀ ਮਜ਼ਦੂਰ ਨਜ਼ਰ ਆ ਰਹੇ ਨੇ। ਇਹਨੂੰ ਸਾਰੇ ਨੂੰ ਆਪਾਂ ਕਿੱਦਾਂ ਦੇਖਦੇ ਹਾਂ? ਜਿਹੜਾ ਕਿਸਾਨਾਂ ਦੀ ਗੱਲ ਕਰਦੇ ਹੋ ਸੁਖਵਿੰਦਰ ਜੀ, ਕਿਸਾਨਾਂ ਦਾ ਤਾਂ ਜਿਹੜਾ ਕਰੋਨਾ ਦਾ ਡਰ ਜਿਹੜਾ ਫੈਲਾਇਆ ਗਿਆ ਸੀ, ਉਹ ਕਿਸਾਨਾਂ ਦਾ ਨਿਕਲ ਚੁੱਕਿਆ ਸੀ। ਜਦੋਂ ਅੰਦੋਲਨ ਸ਼ੁਰੂ ਹੋਇਆ ਸੀਗਾ, ਉਦੋਂ ਵੀ ਕਰੋਨਾ ਪੀਕ ਤੇ ਸੀ। ਦਿੱਲੀ ਦੇ ਵਿੱਚ ਲਾਸ਼ਾਂ ਦੇ ਢੇਰ ਲੱਗੇ ਹੋਏ ਸੀਗੇ। ਉਦੋਂ ਜਾ ਕੇ ਦਿੱਲੀ ਬੈਠ ਗਏ ਸੀ ਤੇ ਉੱਥੋਂ ਲੋਕਾਂ ਦਾ ਡਰ ਵੀ ਇਹਨਾਂ ਨੇ ਚੱਕਿਆ ਸੀਗਾ। ਹੁਣ ਫੇਰ ਦੁਬਾਰਾ ਜੋ ਜਥੇਬੰਦੀਆਂ ਦੇ ਆਗੂ ਨੇ, ਕਿਸਾਨ ਜਥੇਬੰਦੀਆਂ ਦੇ, ਉਹ ਬਕਾਇਦਾ ਤੌਰ ਤੇ ਕਹਿ ਰਹੇ ਨੇ ਕਿ ਸਾਡਾ ਕਰੋਨਾ ਨਾਲ ਲੜਨ ਦੀ ਪੂਰੀ ਤਿਆਰੀ ਆ। ਪਹਿਲੀ ਗੱਲ ਤਾਂ ਇਹ ਕਿ ਮਾਸਕ ਵਗੈਰਾ ਜਾਂ ਜੋ ਮੈਡੀਕਲ ਕੈਂਪ ਲਗਾਏ ਜਾਣਗੇ, ਜਾਂ ਜਿਹੜਾ ਕੋਈ ਬਿਮਾਰ ਹੋਊਗਾ ਉਹਨੂੰ ਜਿੱਦਾਂ ਦਾ ਕੋਈ ਲੱਛਣ ਹੋਊਗਾ ਤਾਂ ਉਹਦਾ ਚੈੱਕਅਪ ਬਕਾਇਦਾ ਤੌਰ ਤੇ ਜਾਂਚ ਕਰਵਾ ਕੇ ਉਹਨੂੰ ਨਾਲ ਦੀ ਨਾਲ ਹਸਪੀਟਲਾਈਜ਼ ਕੀਤਾ ਜਾਊਗਾ। ਉਹ ਸਾਰੇ ਪ੍ਰਬੰਧ ਜਿਹੜੇ ਅਸੀਂ ਕਰ ਰਹੇ ਹਾਂ, ਵੱਧ ਤੋਂ ਵੱਧ ਮਾਸਕ ਮੰਗਾ ਰਹੇ ਹਾਂ, ਵੱਧ ਤੋਂ ਵੱਧ ਜਿਹੜੇ ਆਕਸੀਮੀਟਰ ਹੁੰਦੇ ਨੇ ਉਹ ਮੰਗਵਾਏ ਜਾ ਰਹੇ ਨੇ, ਤੇ ਮੈਡੀਕਲ ਕੈਂਪ, ਮੈਡੀਸਨ ਦੀ ਤੇ ਮੈਡੀਕਲ ਕੈਂਪਾਂ ਦੀ ਸੁਵਿਧਾ ਜਿਹੜੀ ਹੈਗੀ ਉਹ ਦਿੱਤੀ ਜਾਊਗੀ। ਸੋ ਕਰੋਨਾ ਨਾਲ ਲੜਨ ਦਾ ਜਿਹੜਾ ਪੂਰਾ ਪ੍ਰਬੰਧ ਹੈ। ਦੂਜੀ ਗੱਲ ਜਿਹੜੀ ਉਹਨਾਂ ਨੇ ਕਿਹਾ ਸੀ ਕਿ ਮਿਸ਼ਨ ਕਲੀਨ ਵਾਲਾ ਜਿਹੜਾ ਕੰਮ ਹੈਗਾ, ਉਹ ਬਕਾਇਦਾ ਤੌਰ ਤੇ ਇੱਕ ਇੱਕ ਕਰਕੇ ਕਿਸਾਨ ਜਥੇਬੰਦੀਆਂ ਦੇ ਆਗੂ ਜਿਹੜੇ ਸਾਹਮਣੇ ਆ ਰਹੇ ਨੇ, ਉਹ ਸਰਕਾਰ ਨੂੰ ਸਿੱਧਾ ਚੈਲੰਜ ਕਰ ਰਹੇ ਨੇ ਕਿ ਜੇ ਆਉਣਾ ਤਾਂ ਪੱਕੇ ਪੈਰੀ ਆਇਓ। ਏਦਾਂ ਨਾ ਹੋਵੇ ਕਿ ਕੱਲ ਨੂੰ ਤੁਸੀਂ ਕਹੋਗੇ ਮਿਸ਼ਨ ਕਲੀਨ ਕਰਨਾ ਸੀਗਾ ਤੇ ਮੂੰਹ ਦੀ ਖਾਣੀ ਪੈ ਗਈ, ਮੁੜਨਾ ਪਊਗਾ। ਤੇ ਉਹ ਗੱਲ ਲੈ ਕੇ ਵੱਧ ਤੋਂ ਵੱਧ ਇੱਕ ਤਾਂ ਭੀੜ ਇਕੱਠੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਸਾਨਾਂ ਵੱਲੋਂ। ਉਹਨਾਂ ਨੂੰ ਸੱਦਾ ਦਿੱਤਾ ਜਾ ਰਿਹਾ ਵੀ ਜਿਹੜੇ ਬੰਦੇ ਆਪਣਾ ਕੰਮਕਾਰ ਮੁਕਾ ਕੇ ਵਿਹਲੇ ਹੋ ਚੁੱਕੇ ਆ, ਉਹ ਦਿੱਲੀ ਵੱਲ ਕੂਚ ਕਰਨ। ਹਾਲਾਂਕਿ ਭਾਜਪਾ ਵਾਲੇ ਆਗੂ ਵੀ ਬਕਾਇਦਾ ਤੌਰ ਤੇ ਜਿਹੜੇ ਇਹਨਾਂ ਦੇ ਆਗੂ ਨੇ ਕਿਸਾਨ ਜਥੇਬੰਦੀਆਂ ਦੇ, ਉਹਨਾਂ ਦੀਆਂ ਐ ਕਹਿ ਲਓ ਕਿ ਧਮਕੀਆਂ ਸਮਝ ਕੇ ਉਹਨਾਂ ਨੂੰ ਜਵਾਬ ਦਿੰਦੇ ਨਜ਼ਰ ਆ ਰਹੇ ਨੇ। ਪਰ ਜੋ ਕਿਸਾਨਾਂ ਨੇ ਕਹਿਤਾ, ਹੁਣ ਜੋ ਕਿਸਾਨਾਂ ਨੇ ਰਣਨੀਤੀ ਅੱਗੇ ਬਣਾਈ ਹੈ, ਉਹ ਇਹੀ ਹੈ ਕਿ ਅਸੀਂ ਸ਼ਕਤੀ ਮਿਸ਼ਨ ਚਲਾਵਾਂਗੇ ਨਾਲ ਇਸ ਦੇ ਅਗੇਂਸਟ, ਤੇ ਜੇ ਕੋਈ ਕਾਰਵਾਈ ਸਰਕਾਰ ਕਰਨਾ ਚਾਹੁੰਦੀ ਹੈ ਤਾਂ ਬੇਝਿਜਕ ਕਰੇ, ਸਾਨੂੰ ਕੋਈ ਡਰ ਨਹੀਂ, ਉਹਦਾ ਮੂੰਹ ਤੋੜਵਾਂ ਜਵਾਬ ਦਿੱਤਾ ਜਾਊਗਾ। ਰਹੀ ਗੱਲ ਹੁਣ ਜਿਹੜਾ ਲਾਕਡਾਊਨ ਆਇਆ ਤੇ ਬੱਸ ਪਲਟੀ ਦੀ ਗੱਲ, ਤੁਸੀਂ ਕੀ ਹੈ, ਤਾਜ਼ਾ ਖਬਰ ਆਈ ਹੈ ਜਿਹੜੀ ਕਾਫੀ ਜ਼ਖਮੀ ਹੋ ਗਏ ਨੇ। ਤਾਂ ਕੱਲ ਜਦੋਂ ਲਾਕਡਾਊਨ ਦੀ ਅਨਾਉਂਸਮੈਂਟ ਹੋਈ ਸੀ ਕੇਜਰੀਵਾਲ ਵੱਲੋਂ, ਉਹ ਨਾਲ ਦੀ ਨਾਲ ਹੀ ਲੋਕਾਂ ਦੇ ਵਿੱਚ ਇੱਕ ਹਫੜਾ ਤਫੜੀ ਮਚ ਗਈ ਸੀ। ਸੜਕਾਂ ਦੇ ਉੱਤੇ ਭੀੜਾਂ ਇਕੱਠੀਆਂ ਦਿਖਣ ਲੱਗ ਗਈਆਂ ਸੀਗੀਆਂ, ਹੋਣ ਲੱਗ ਗਈਆਂ ਸੀਗੀਆਂ, ਤੇ ਆਪਣੇ ਘਰਾਂ ਵੱਲ ਮੁੜਨਾ ਜਿਹੜਾ ਉਹ ਸ਼ੁਰੂ ਹੋ ਗਏ ਸੀਗੇ। ਜਿਹੜੇ ਲੋਕ ਉੱਥੇ ਆਏ ਨੇ ਰੁਜ਼ਗਾਰ ਨੂੰ ਲੈ ਕੇ ਜਾਂ ਹੋਰ ਕੰਮਾਂ ਨੂੰ ਆਏ ਨੇ, ਤਾਂ ਉਹ ਖਾਸ ਕਰ ਪ੍ਰਵਾਸੀ ਮਜ਼ਦੂਰ ਜਿਹੜੇ ਕਹਿ ਲਓ ਆਪਾਂ, ਜਿਵੇਂ ਪਹਿਲਾਂ ਗਏ ਸੀਗੇ, ਆਪਾਂ ਖਦਸ਼ਾ ਵੀ ਜ਼ਾਹਰ ਕਰਿਆ ਸੀਗਾ ਕਿ ਫੇਰ ਉਹੀ ਹਾਲਤ ਖੜੀ ਹੋਊਗੀ ਇੱਥੇ। ਭਾਵੇਂ ਕੇਜਰੀਵਾਲ ਬਾਰ-ਬਾਰ ਅਪੀਲ ਇਹ ਕਰ ਰਹੇ ਹੈ ਕਿ ਨਾ ਜਾਓ, ਦਿੱਲੀ ਦੇ ਵਿੱਚ ਰੁਕੇ ਰਹੋ, ਪਰ ਜਿਹੜੇ ਲੋਕ ਗਰੀਬ ਨੇ, ਕੰਮ ਕਰਨ ਲਈ ਆਏ ਨੇ, ਉਹਨਾਂ ਦੇ ਸਵਾਲ ਨੇ ਮੀਡੀਆ ਦੇ ਵਿੱਚ ਛਪੇ ਹੋਏ ਨੇ ਜਾਂ ਟੀਵੀ ਦੇ ਉੱਤੇ ਪ੍ਰਸਾਰਿਤ ਹੋ ਰਹੇ ਨੇ। ਉਹਨਾਂ ਦੇ ਵਿੱਚ ਇਹੀ ਕਿਹਾ ਜਾ ਰਿਹਾ ਕਿ ਉਹ ਲੋਕ ਇਹ ਕਹਿ ਰਹੇ ਨੇ ਕਿ ਸਾਡੇ ਕੋਲ ਰੁਜ਼ਗਾਰ ਹੈ ਨਹੀਂ, ਜਿਹੜੀ ਬਚੀ ਹੋਈ ਰਕਮ ਸੀ ਮਾੜੀ ਮੋਟੀ ਉਹ ਪਹਿਲਾਂ ਖਰਚ ਕਰ ਚੁੱਕੇ ਸੀ, ਹੁਣ ਸਾਡੇ ਕੋਲ ਕੁਝ ਨਹੀਂ, ਅਸੀਂ ਕਿਰਾਇਆ ਕਿਵੇਂ ਦੇਵਾਂਗੇ ਮਕਾਨ ਮਾਲਕਾਂ ਦਾ, ਜਾਂ ਜਿਨ੍ਹਾਂ ਨੇ ਕਿਰਾਏ ਤੇ ਲੈ ਕੇ ਰੁਜ਼ਗਾਰ, ਕੋਈ ਸਾਧਨ ਲੈ ਕੇ ਰੁਜ਼ਗਾਰ ਸ਼ੁਰੂ ਹੋਇਆ, ਉਹਦਾ ਕਿਰਾਇਆ ਕਿਵੇਂ ਦੇਣਗੇ। ਲਾਕਡਾਊਨ ਦਾ ਲਾਦਾ ਤੁਸੀਂ, ਸਾਰਾ ਕੁਝ, ਬਾਜ਼ਾਰ ਬੰਦ ਨੇ, ਲੋਕ ਘਰਾਂ 'ਚ ਬੰਦ ਨੇ, ਤੇ ਕੰਮ ਕਾਰ ਕਿਵੇਂ ਹੋਏਗਾ। ਤੇ ਉਹ ਡਰ ਦੇ ਕਾਰਨ ਹੁਣ ਲੋਕਾਂ ਨੇ ਆਪਣੇ ਘਰਾਂ ਵੱਲ ਨੂੰ ਦੁਬਾਰਾ ਕੂਚ ਕਰਨਾ ਸ਼ੁਰੂ ਕਰ ਦਿੱਤਾ ਹੈ, ਔਰ ਉਹੀ ਹਾਲਾਤ ਦੁਬਾਰਾ ਫੇਰ ਬਣਾ ਦਿੱਤੇ ਆ ਸਰਕਾਰਾਂ ਨੇ, ਜਦ ਕਿ ਇੱਕ ਪੜਾਅ ਲੰਘ ਚੁੱਕੇ ਸੀਗੇ। ਹੁਣ ਸਰਕਾਰ ਕੋਲ ਇੰਨਾ ਪੈਸਾ, ਸੈਂਟਰ ਦੇ ਕੋਲ ਇੰਨਾ ਪੈਸਾ ਹੈਗਾ, ਫੰਡ ਹੈਗੇ ਹੈ, ਲੋਕਾਂ ਤੋਂ ਟੈਕਸ ਗਲ ਘੋਟ ਕੇ ਟੈਕਸ ਇਕੱਠਾ ਕਰਿਆ ਹੋਇਆ ਹੈ, ਤੇ ਇੱਕ ਪੜਾਅ ਪਹਿਲਾਂ ਕਰੋਨਾ ਦਾ ਚੈੱਕ ਕਰ ਚੁੱਕੇ ਆ ਵੀ ਆਹ ਦਸ਼ਾ ਹੋ ਜਾਂਦੀ ਹੈ, ਦੂਜੀ ਮਹਾਮਾਰੀ ਜੇ ਕੋਈ ਆ ਜਾਂਦੀ ਹੈ ਤਾਂ ਫੇਰ ਵੀ ਹਸਪਤਾਲਾਂ ਦੇ ਵਿੱਚ ਵੈਂਟੀਲੇਟਰ ਨਹੀਂ, ਫੇਰ ਵੀ ਵੈਕਸੀਨ ਨਹੀਂ ਹੈਗੀ, ਫੇਰ ਵੀ ਆਕਸੀਜਨ ਦੀ ਘਾਟ ਨਹੀਂ ਹੈ। ਪੰਜਾਬ ਦੇ ਵਿੱਚ ਅੰਮ੍ਰਿਤਸਰ ਦੇ ਦੇਖੋ ਤੁਸੀਂ, 2.25 ਘੰਟੇ ਮਰੀਜ਼ ਨੇ ਜਿਹੜੇ ਉਹ ਆਕਸੀਜਨ ਤੋਂ ਬਿਨਾਂ ਤੜਫੀ ਗਏ। ਤੇ ਉੱਥੇ ਕੀ ਹਾਲ ਹੋਊਗਾ। ਪ੍ਰਾਈਵੇਟ ਕੰਪਨੀ ਤੋਂ ਆਕਸੀਜਨ ਮੰਗਾਈ, 6 ਵਜੇ ਆਕਸੀਜਨ ਖਤਮ ਹੋ ਗਈ, 8:15 ਵਜੇ ਜਾ ਕੇ ਆਕਸੀਜਨ ਮਿਲੀ ਆ ਮਰੀਜ਼ਾਂ ਨੂੰ, ਔਰ ਕਈ ਮਰੀਜ਼ ਆਕਸੀਜਨ ਲੱਗਣ ਤੋਂ ਬਾਅਦ ਵੀ ਬੇਹੋਸ਼ ਨੇ। ਸੋ ਇਹ ਪ੍ਰਬੰਧ ਕੌਣ ਕਰੇਗਾ। ਇਹ ਲਾਕਡਾਊਨ ਲਾ ਕੇ ਤੁਸੀਂ ਆਪਣੀ ਜ਼ਿੰਮੇਵਾਰੀਆਂ ਤੋਂ ਭੱਜ ਲਓ, ਲੋਕਾਂ ਨੂੰ ਹਰਾਸ਼ ਕਰ ਦੋ, ਲੋਕਾਂ ਨੂੰ ਪਰੇਸ਼ਾਨ ਕਰ ਦੋ, ਲੋਕ ਵਿਚਾਰੇ ਆਪਣੇ ਆਪ ਤੁਹਾਨੂੰ ਬਸ ਟੈਕਸ ਪੇਇਰ ਬਣ ਕੇ ਟੈਕਸ ਦੇਈ ਜਾਣ, ਤੁਹਾਡੀਆਂ ਜੇਬਾਂ ਤੁਹਾਡੀਆਂ ਸਹੂਲਤਾਂ ਦੇ ਲਈ ਮਿਹਨਤਾਂ ਕਰ ਕਰਕੇ ਕਮਾਈ ਜਾਣ, ਤੁਹਾਡਾ ਕੋਈ ਫਰਜ਼ ਨਹੀਂ ਬਣਦਾ। ਫਰਜ਼ ਬਣਦਾ ਸੀ ਸੁਖਵਿੰਦਰ ਜੀ, ਜਦੋਂ ਕਰੋਨਾ ਪੀਕ ਤੇ ਆਇਆ ਭਾਰਤ ਦੇ ਵਿੱਚ, ਜਦੋਂ ਮੰਨਦੇ ਸੀ ਕਰੋਨਾ ਚੱਲ ਰਿਹਾ, ਉਦੋਂ ਹਾਲਾਤ ਸਭ ਨੂੰ ਪਤਾ ਲੱਗ ਗਏ ਸੀ ਸਾਰੀਆਂ ਸਟੇਟਾਂ ਦੇ।
ਲੇਕਿਨ ਬਾਅਦ ਤੱਕ ਵੀ ਹੁਣ ਤੱਕ ਵੀ ਕੋਈ ਪ੍ਰਬੰਧ ਨਹੀਂ ਕਰੇ ਗਏ, ਕੋਈ ਨਵੇਂ ਹਸਪਤਾਲ ਨਹੀਂ ਬਣਾਏ ਗਏ, ਕੋਈ ਆਰਜੀ ਹਸਪੀਟਲ ਨਹੀਂ ਬਣਾਏ ਗਏ, ਕੋਈ ਆਕਸੀਜਨ ਬਾਰੇ ਨਹੀਂ ਕਿਸੇ ਨੇ ਸੋਚਿਆ। ਉਹ ਚੋਣਾਂ ਆ ਗਈਆਂ, ਚੋਣਾਂ ਦੇ ਵਿੱਚ ਬਸ ਗੁੱਦ ਕੇ ਛਾਲਾਂ ਮਾਰ ਕੇ ਰੈਲੀਆਂ ਦੇ ਟਾਈਮ ਵੇਸਟ ਕਰ ਲਿਆ, ਰੈਲੀਆਂ ਤੇ ਲੱਖਾਂ ਕਰੋੜਾਂ ਰੁਪਇਆ ਖਰਚਦਾ, ਲੇਕਿਨ ਇੱਧਰਲੇ ਪਾਸੇ ਕਿਸੇ ਨੇ ਧਿਆਨ ਨਹੀਂ ਦਿਆ। ਹੁਣ ਫੇਰ ਦੁਬਾਰਾ ਲਾਕਡਾਊਨ ਕਰਕੇ ਲੋਕਾਂ ਦਾ ਇੱਕ ਚੁੰਬਰ ਕੱਢਿਆ ਜਾ ਰਿਹਾ ਸਕੂਲ। ਬਿਲਕੁਲ ਜੀ, ਸ਼ੁਕਰੀਆ, ਧੰਨਵਾਦ ਪਰਮਿੰਦਰ ਜੀ। ਸ਼ੁਕਰੀਆ ਜੀ ਸੁਖਿੰਦਰ ਜੀ। ਸੋ ਮੇਰੇ ਨਾਲ ਖਬਰਾਂ ਟੌਪ ਦੀਆਂ ਦੇ ਵਿੱਚ ਮੌਜੂਦ ਸਨ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਰਾਏਪੁਰ, ਜੋ ਕੁਝ ਕੋਟਕਪੂਰਾ ਗੋਲੀकांड ਤੇ ਬਹਿਬਲ ਕਲਾਂ ਮਾਮਲਿਆਂ ਨੂੰ ਲੈ ਕੇ ਚੱਲ ਰਿਹਾ ਉਹਦੇ ਬਾਰੇ ਅਸੀਂ ਗੱਲਬਾਤ ਕੀਤੀ ਹੈ। ਤੇ ਦੂਜਾ ਇਹ ਕਿ ਕਿਸਾਨਾਂ ਨੇ ਜਿਹੜਾ ਹੁਣ ਅਗਲੇ ਦਿਨਾਂ ਦੇ ਵਿੱਚ ਆਪਰੇਸ਼ਨ ਸ਼ਕਤੀ ਦਿਖਾਉਣਾ ਹੈ, ਇਸ ਸ਼ਕਤੀ ਦਾ ਸਰਕਾਰ ਦੇ ਉੱਤੇ ਕਿੱਦਾਂ ਦਾ ਅਸਰ ਹੁੰਦਾ ਇਹ ਵੀ ਦੇਖਣਾ ਲਾਜ਼ਮੀ ਹੋਏਗਾ। ਤੁਸੀਂ ਮੈਨੂੰ ਇਜਾਜ਼ਤ ਦਿਓ, ਲੋਕ ਰਾਣਾ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।